इसमें अमृत ज्ञान है, मानक भगत बैराग। श्री गुरु ग्रंथ साहिब उदद, बंदों कर अनुराग। श्री गुर शब्द कमाए जिन, जीते पंच विकार। तिन संतन कौ बंदना, सिर चरणन पर तार। एकंकारा सतगुरु, तिह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जीओ। चौपई तूषण होए गमन्यो निज डेरे। टिक्यो ना जह चिंतक नेरे। तूषण होए गमन्यो निज डेरे। राजान राज, पानान पान, देवान देव, उपमा महान। छतर चवर तखत दे मालक, धन धन साहिब श्री गुरु ग्रंथ साहिब सच्चे पातशाह जी दी पावन अते पवित्र हजूरी अंदर शहीदां दे पावन पवित्र अस्थान ते हाजरियां भर के जन्म सवार रही गुरु का खास रूप। गुरु प्यारी खालसा साध संगत जीओ, सनिमर गुर फतेह प्रवान करो जी। आखो जी वाहिगुरु जी का खालसा, वाहिगुरु जी की फतेह। अज दे दिन सिख कौम दे जांबाज योधे महान सूरबीर, जा कौ हर रंग लागो इस जुग में है, सो कहियत है सूरा। ऐसे सूरबीर जिन्हां ने बारी शत्रुआं दा भी नाश कीता, ते जिन मिल मारे पंच सूरबीर। ऐसो कौन बली रे, अपने अंदर दे विकारां उपर भी जित प्राप्त कीती। ते सिख कौम दा किरदार जिन्हां ने बहुत सिखरां ते पहुँचाया। ऐसे महान योधे सरदार हरी सिंह नलवा जी दा अज दे दिन 30 अप्रैल 1837 ईस्वी नूं जमरौंद दे किले विच शहीदी प्राप्त कीती सी। वो शहादत दिहाड़ा महान योधे दा अज दे दिन है। कोटान कोट प्रणाम सरदार हरी सिंह नलवा जी दी शहादत नूं, जिन्हां दा जन्म 1791 ईस्वी दे विच गुजरांवाल विखे सरदार गुरदयाल सिंह जी दे घर विच होया। आप 7 कुछ साल की उम्र दे सन कि पिता दा साया भी सिर तो चक्या गया। तां सरदार हरी सिंह नलवा जी दी मुढ़ली शास्त्र विद्या ते दुनियावी पढ़ाई वो कोई ज़्यादा नहीं सी, पर आप जियां नूं शौक सी शास्त्र विद्या दा, जिस करके जदों 15 कुछ साल की उम्र दे होए आप जी, तां सारी युद्ध नीति तो चंगे तरीके नाल जाणू हो गए सन। इधरों शेरे पंजाब महाराजा रणजीत सिंह अपने राजकाल समय हर साल ही बसंती दरबार सजाया करते सन। ते जदों 1805 ईस्वी दे विच महाराजा रणजीत सिंह जी ने बसंती दरबार सजाया, उस बसंती दरबार दे विच तकड़े तकड़े महान योधे आपो अपनी शास्त्र विद्या दा, घोड़ असवारी दा
ਤੀਰ ਅੰਦਾਜ਼ੀ ਦਾ, ਨਿਸ਼ਾਨੇਬਾਜ਼ੀ ਦਾ ਜੌਹਰ ਵਿਖਾਇਆ ਕਰਦੇ ਸਨ। ਤਾਂ ਉੱਥੇ ਹੀ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਆਪਣੇ ਕਰਤੱਵ ਵਿਖਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪ੍ਰਸੰਨ ਕਰ ਲੈਣਾ ਕੀਤਾ ਸੀ। ਆਪ ਜੀਆਂ ਦਾ ਨਾਮ ਪਹਿਲਾਂ ਹਰੀ ਸਿੰਘ ਸੀ, ਫਿਰ ਆਪ ਜੀਆਂ ਦੇ ਨਾਮ ਨਾਲ ਇੱਕ ਲਕਬ ਜੋੜਿਆ ਗਿਆ, ਜਿਹੜਾ ਲਕਬ ਬੜਾ ਪ੍ਰਸਿੱਧ ਹੋਇਆ ਨਲੂਆ। ਤੇ ਅਫਗਾਨਿਸਤਾਨ ਦੀ ਜਿੱਤ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਕਰਕੇ ਪੂਰੇ ਵਿਸ਼ਵ ਭਰ ਦੇ ਵਿੱਚ ਸਿੱਖ ਕੌਮ ਦਾ ਸਿਰ ਫਖਰ ਦੇ ਨਾਲ ਉੱਚਾ ਕਰ ਦਿੱਤਾ ਸੀ। ਤੇ ਉੱਥੋਂ ਦੀਆਂ ਮਾਵਾਂ ਆਪਣੇ ਪੁੱਤਾਂ ਨੂੰ ਕਹਿਣ ਲੱਗ ਪਈਆਂ ਸਨ, ਪਠਾਨ ਕਹਿਣ ਲੱਗ ਪਏ ਸਨ ਅਫਗਾਨਿਸਤਾਨ ਦੇ, ਕਿ ਐ ਪੁੱਤਰਾ ਸੌਂ ਜਾ, ਰੋ ਨਾ, ਨਹੀਂ ਤੇ ਨਲੂਆ ਆ ਜਾਊਗਾ। ਉਹ ਨਲੂਆ ਸਰਦਾਰ ਹਰੀ ਸਿੰਘ ਜੀ ਦੇ ਨਾਮ ਨਾਲ ਕਿਉਂ ਜੁੜਿਆ? ਤਾਂ ਕਹਿੰਦੇ ਇੱਕ ਪੁਰਾਤਨ ਸਮੇਂ ਵਿੱਚ ਰਾਜਾ ਨਲ ਹੋਇਆ ਸੀ, ਜਿਸ ਰਾਜਾ ਨਲ ਦੀ ਆਪਦੀ ਦਾਨਾਈ ਕਰਕੇ, ਆਪਦੀ ਸੂਰਬੀਰਤਾ ਕਰਕੇ ਬੜੀ ਪ੍ਰਸਿੱਧੀ ਸੀ। ਤੇ ਉਸ ਰਾਜੇ ਨਲ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਰਾਜਾ ਨਲ ਸ਼ੇਰ ਨੂੰ ਮਾਰਨ ਦੀ ਤਾਕਤ ਰੱਖਦਾ ਸੀ, ਸ਼ੇਰ ਦਾ ਸ਼ਿਕਾਰ ਕਰਦਿਆ ਕਰਦਾ ਸੀ। ਤਾਂ ਜਿਸ ਵਕਤ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਸ਼ੇਰ ਨੂੰ ਚਬਾੜਿਆਂ ਤੋਂ ਫੜ ਕੇ ਪਾੜ ਦਿੱਤਾ ਸੀ, ਮਾਰ ਦਿੱਤਾ ਸੀ, ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪ੍ਰਸੰਨ ਹੋ ਕੇ ਇਹਨਾਂ ਨੂੰ ਇਹ ਲਕਬ ਦੇ ਦਿੱਤਾ ਸੀ, ਉਸੇ ਰਾਜੇ ਨਲ ਦੇ ਸਮਾਨ, ਕਿ ਜਿਵੇਂ ਉਹ ਸ਼ੇਰ ਨੂੰ ਮਾਰ ਦਿਆ ਕਰਦੇ ਸਨ, ਸਾਡੇ ਨਲਵਾ ਜੀ ਨੇ, ਹਰੀ ਸਿੰਘ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ। ਤਾਂ ਇਹਨਾਂ ਨੂੰ ਵੀ ਸਰਦਾਰ ਹਰੀ ਸਿੰਘ ਜੀ ਨਲਵਾ ਇਸ ਨਾਮ ਦੇ ਨਾਲ ਸਾਰੇ ਸਿੱਖ ਜਗਤ ਨੇ ਜਾਣਿਆ। ਬੜੀਆਂ ਮੱਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਰਲ ਕੇ ਮਹਾਨ ਜੰਗਾਂ ਦੇ ਵਿੱਚ ਆਪ ਦਾ ਯੋਗਦਾਨ ਪਾ ਕਰਕੇ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਪ੍ਰਾਪਤ ਕੀਤੀਆਂ। ਅਤੇ ਜਿਨ੍ਹਾਂ ਨੇ ਬਾਹਰੀ ਸ਼ਤਰੂਆਂ ਉੱਪਰ ਵੀ ਜਿੱਤ ਪ੍ਰਾਪਤ ਕੀਤੀ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਵੀ ਜਿੱਤਿਆ ਹੋਇਆ ਸੀ। ਜਿਵੇਂ ਇੱਕ ਪਠਾਣਾ ਦੀ ਲੜਕੀ ਜਿਹਦਾ ਨਾਮ ਸੀ ਬਾਨੋ, ਉਹ ਇੱਕ ਵਾਰ ਜਦੋਂ ਉਹਨੇ ਸੁਣਿਆ ਕਿ ਸਰਦਾਰ ਹਰੀ ਸਿੰਘ ਜੀ ਨਲਵਾ ਇਹ ਬੜੇ ਮਹਾਨ ਸੂਰਬੀਰ ਯੋਧੇ ਹੈ, ਤੇ ਉਸ ਬਾਨੋ ਦੇ ਮਨ ਵਿੱਚ ਇਹ ਸੀ ਕਿ ਮੈਂ ਸਭ ਤੋਂ ਤਕੜੇ ਜਰਨੈਲ ਨਾਲ ਵਿਆਹ ਕਰਾਉਣਾ ਹੈ। ਤਾਂ ਇੱਕ ਵਾਰ ਉਹ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਤੰਬੂ ਵਿੱਚ ਆ ਗਈ, ਇਹ ਵਾਸ਼ਨਾ ਲੈ ਕਰਕੇ ਕਿ ਉਸ ਜਰਨੈਲ ਨੂੰ ਤੱਕਾਂ ਤੇ ਸਹੀ, ਜਿਹਦਾ ਨਾਮ ਸੁਣ ਕੇ ਇਹ ਪਠਾਨ ਆਪੋ ਆਪਣੇ ਘਰਾਂ ਦੇ ਵਿੱਚ ਵੜ ਜਾਂਦੇ ਆ, ਬਾਹਰ ਨਹੀਂ ਨਿਕਲਦੇ, ਉਹ ਕਿੱਡਾ ਕੁ ਮਹਾਨ ਯੋਧਾ ਹੋਵੇਗਾ। ਤਾਂ ਜਿਸ ਵਕਤ ਬਾਨੋ ਨੇ ਆ ਕਰਕੇ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਚਿਹਰੇ ਦੇ, ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ, ਤਾਂ ਇਸ ਲੜਕੀ ਨੂੰ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਪੁੱਛਿਆ ਕਿ ਦੱਸਣਾ ਕਰੋ ਕਿਸ ਤਰ੍ਹਾਂ ਆਏ ਹੋ। ਤਾਂ ਇਸ ਬਾਨੋ ਨੇ ਆਪਣੀ ਵਾਸ਼ਨਾ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਸਨਮੁਖ ਪ੍ਰਗਟ ਕੀਤੀ ਕਿ ਮੇਰੇ ਮਨ ਅੰਦਰ ਇਹ ਰੀਝ ਹੈ ਕਿ ਮੇਰੇ ਘਰ ਦੇ ਵਿੱਚ ਜੋ ਪੁੱਤਰ ਪੈਦਾ ਹੋਵੇ ਉਹ ਤੁਹਾਡੇ ਵਰਗਾ ਮਹਾਨ ਯੋਧਾ ਜਰਨੈਲ ਹੋਣਾ ਚਾਹੀਦਾ ਹੈ। ਸਰਦਾਰ ਹਰੀ ਸਿੰਘ ਨਲਵਾ ਜੀ ਨੇ ਆਪਣਾ ਹੱਥ ਜਿਹੜਾ ਸੀ ਉਹ ਆਪਦੀ ਕਿਰਪਾਨ ਦੇ ਮੁੱਠੇ ਉੱਪਰ ਧਾਰਨ ਕਰ ਲੈਣਾ ਕੀਤਾ। ਵੀਰ ਰਸ ਵਿੱਚ ਆ ਕਰਕੇ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਆਖਿਆ ਕਿ ਤੰਬੂ ਦੇ ਵਿੱਚੋਂ ਬਾਹਰ ਹੋ ਜਾਓ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡਾ ਧੜ ਦੇ ਨਾਲੋਂ ਸੀਸ ਵੱਖ ਕਰ ਦੇਵਾਂ। ਸਾਡਾ ਇਹ ਧਰਮ ਹੈ ਕਿ ਇਸਤਰੀ ਦੇ ਉੱਪਰ ਹੱਥ ਨਹੀਂ ਉਠਾਉਣਾ, ਪਰ ਆਪ ਇੱਥੋਂ ਚਲੇ ਜਾਓ। ਤਾਂ ਉਸ ਲੜਕੀ ਨੇ, ਬਾਨੋ ਨੇ ਇਹ ਆਖਿਆ, ਉਮਰ ਦੇ ਵਿੱਚ ਛੋਟੀ ਸੀ ਸਰਦਾਰ ਹਰੀ ਸਿੰਘ ਨਲਵਾ ਜੀ ਤੋਂ। ਉਸ ਲੜਕੀ ਨੇ ਰੋਂਦੇ ਹੋਏ ਆਖਿਆ ਕਿ ਮੈਂ ਤੇ ਸੁਣਿਆ ਗੁਰੂ ਨਾਨਕ ਦੇ ਦਰ ਘਰ ਦੇ ਵਿੱਚ ਜਿਹੜਾ ਵੀ ਆਉਂਦਾ ਉਹ ਕਦੇ ਰੋਂਦਾ ਵਾਪਸ ਨਹੀਂ ਜਾਂਦਾ, ਹੱਸਦਾ ਵਾਪਸ ਜਾਂਦਾ। ਕਿਸੇ ਦੀ ਝੋਲੀ ਗੁਰੂ ਨਾਨਕ ਦੇ ਦਰ ਤੋਂ ਅੱਜ ਤੱਕ ਖਾਲੀ ਨਹੀਂ ਗਈ, ਪਰ ਸਿੱਖਾ ਅੱਜ ਤੂੰ ਮੈਨੂੰ ਖਾਲੀ ਮੋੜਨ ਲੱਗਾ ਹੈ। ਸਰਦਾਰ ਹਰੀ ਸਿੰਘ ਨਲਵਾ ਜੀ ਨੇ ਉਸ ਵਕਤ ਬਚਨ ਕੀਤਾ ਕਿ ਤੁਹਾਡਾ ਖਿਆਲ ਠੀਕ ਨਹੀਂ ਹੈ। ਬਾਨੋ ਜੀ ਨੇ ਆਖਿਆ ਕਿ ਤੁਹਾਡੇ ਵਰਗਾ ਪੁੱਤਰ ਹੀ ਚਾਹੀਦਾ, ਇਹੋ ਹੀ ਮੰਗਿਆ ਮੈਂ। ਤਾਂ ਉਸ ਵਕਤ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਆਪਣੀ ਬਹਾਦਰੀ ਵਿਖਾਉਂਦੇ ਹੋਏ, ਸਿੱਖ ਕੌਮ ਦਾ ਕਿਰਦਾਰ ਯਾਦ ਕਰਾਉਂਦਿਆਂ ਹੋਇਆਂ ਇਹ ਬਚਨ ਕੀਤਾ ਸੀ। ਸਿਰ ਦੇ ਉੱਪਰ ਚੁੰਨੀ ਦੇ ਕਰਕੇ, ਦੁਪੱਟਾ ਦੇ ਕਰਕੇ ਉਸ ਲੜਕੀ ਦੇ ਬਾਨੋ ਦੇ ਸੀਸ ਉੱਪਰ ਇਹ ਬਚਨ ਕੀਤਾ
ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਧਰਮ ਦੇ ਮਾਂ ਹੋ ਤੇ ਮੈਂ ਹੀ ਤੁਹਾਡਾ ਪੁੱਤਰ ਹਾਂ। ਇਸ ਤਰੀਕੇ ਦੇ ਨਾਲ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਇਹ ਬਚਨ ਜਿਸ ਵਕਤ ਕੀਤੇ ਤੇ ਉਹ ਬਾਨੋ ਜੋ ਉਮਰ ਵਿੱਚ ਛੋਟੀ ਸੀ, ਜਿਹਨੂੰ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਧਰਮ ਦੀ ਮਾਤਾ ਬਣਾਉਣਾ ਕੀਤਾ ਸੀ, ਤਾਂ ਐਸੇ ਐਸੇ ਮਹਾਨ ਕਾਰਨਾਮੇ ਇਸ ਮਹਾਨ ਯੋਧੇ ਸੂਰਬੀਰ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਕਰਕੇ ਵਿਖਾਏ ਸਨ। ਫਿਰ ਆਖਰਕਾਰ ਕਸ਼ਮੀਰ ਉੱਪਰ, ਪਿਸ਼ੌਰ ਉੱਪਰ, ਅਫਗਾਨਿਸਤਾਨ ਉੱਪਰ, ਅਟਕ ਦਰਿਆ ਉੱਪਰ ਮਹਾਨ ਜਿੱਤਾਂ ਪ੍ਰਾਪਤ ਕਰਦਾ ਹੋਇਆ ਇਹ ਜਰਨੈਲ ਅਖੀਰ 30 ਅਪ੍ਰੈਲ 1837 ਈਸਵੀ ਨੂੰ ਜਮਰੌਂਦ ਦੇ ਕਿਲੇ ਵਿੱਚ ਪਠਾਨਾਂ ਦਾ ਸਾਹਮਣਾ ਕਰਦਾ ਹੋਇਆ ਆਪਣੀ ਛਾਤੀ ਦੇ ਵਿੱਚ ਗੋਲੀ ਖਾ ਕਰਕੇ ਸਦਾ ਦੀ ਨੀਂਦ ਸੌਂ ਗਿਆ ਸੀ। ਤੇ ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਉੱਥੇ ਪਹੁੰਚਿਆ, ਜਮਰੌਂਦ ਦੇ ਕਿਲੇ ਵਿੱਚ ਹੀ ਸੰਸਕਾਰ ਕੀਤਾ ਗਿਆ, ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਹ ਬੋਲ ਸਨ। ਕਹਿਣ ਲੱਗਾ, ਅੱਜ ਮੈਨੂੰ ਪਹਿਲੀ ਵਾਰ ਇਸ ਅਹਿਸਾਸ ਹੋਇਆ ਹੈ ਕਿ ਸਿੱਖ ਧਰਮ ਦਾ ਥੰਮ ਜਿਹੜਾ ਉਹ ਡਿੱਗ ਗਿਆ ਹੈ। ਐਸੇ ਮਹਾਨ ਜਰਨੈਲ ਸੂਰਬੀਰ ਸਰਦਾਰ ਹਰੀ ਸਿੰਘ ਨਲਵਾ ਜੀ ਦੀ 30 ਅਪ੍ਰੈਲ ਅੱਜ ਦੇ ਦਿਨ 1837 ਈਸਵੀ ਦੇ ਵਿੱਚ ਜਮਰੌਂਦ ਦੇ ਕਿਲੇ ਵਿੱਚ ਸ਼ਹੀਦੀ ਹੋਈ ਸੀ। ਐਸੇ ਮਹਾਨ ਸ਼ਹੀਦ, ਮਹਾਨ ਸੂਰਬੀਰ ਯੋਧੇ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹਾਦਤ 'ਤੇ ਕੋਟਾਨ ਕੋਟ ਪ੍ਰਣਾਮ ਸਿਜਦਾ। ਆਓ ਬੜੇ ਪ੍ਰੇਮ ਦੇ ਨਾਲ ਹੁਣ ਲੜੀਵਾਰ ਗੁਰ ਇਤਿਹਾਸ ਦੀ ਵਾਰਤਾ ਨਾਲ ਜੁੜਨਾ ਕਰੀਏ। ਦੁਨੀ ਚੰਦ ਨੇ ਜਿਸ ਵਕਤ ਸਾਰੇ ਸਿੰਘਾਂ ਕੋਲ ਜਾ ਕੇ ਤਰਲੇ ਕੀਤੇ, ਬੇਨਤੀਆਂ ਕੀਤੀਆਂ ਕਿ ਕਲਗੀਧਰ ਪਾਤਸ਼ਾਹ ਨੂੰ ਸਮਝਾਓ ਕਿ ਉਹ ਰਾਜਿਆਂ ਨਾਲ ਗੱਠਜੋੜ ਕਰ ਲੈਣ, ਸੰਧੀ ਕਰ ਲੈਣ, ਤਾਂ ਭਾਈ ਦਇਆ ਸਿੰਘ ਵਰਗਿਆਂ ਨੇ, ਭਾਈ ਉਦੈ ਸਿੰਘ ਜੀ ਵਰਗਿਆਂ ਨੇ, ਭਾਈ ਗੁਰਬਖਸ਼ ਸਿੰਘ ਜੀ ਵਰਗਿਆਂ ਨੇ ਇਸ ਦੁਨੀ ਚੰਦ ਨੂੰ ਬਥੇਰਾ ਸਮਝਾਉਣ ਦਾ ਯਤਨ ਕੀਤਾ, ਪਰ ਜਿਹਨੂੰ ਗੁਰੂ ਦੀ ਮਾਇਆ ਪ੍ਰੇਰ ਦੇਵੇ ਉਹ ਫਿਰ ਆਪਦੀ ਮਰਜ਼ੀ ਕਿਸ ਤਰ੍ਹਾਂ ਕਰ ਸਕਦਾ ਹੈ। ਦੁਨੀ ਚੰਦ ਦਾ ਅੰਤ ਲਾਗੇ ਸੀ, ਇਸ ਕਰਕੇ ਨੇ ਕਿਸੇ ਵੀ ਗੁਰਮੁਖ ਪਿਆਰੇ ਸਿੰਘ ਦਾ ਬਚਨ ਨਾ ਮੰਨਿਆ। ਆਖਰਕਾਰ ਆਪਣੇ ਡੇਰੇ ਵਿੱਚ ਗੁੱਸੇ ਨਾਲ ਗਿਆ ਹੈ। ਇੱਥੋਂ ਤੱਕ ਪ੍ਰਸੰਗ ਦੇ ਵਿਚਾਰ ਸਰਵਣ ਕੀਤੀ ਸੀ। ਆਓ ਜਿਸ ਤਰੀਕੇ ਨਾਲ ਦੁਨੀ ਚੰਦ ਭੱਜਣ ਦਾ ਯਤਨ ਕਰੇਗਾ, ਮੌਤ ਤੋਂ ਡਰਦਾ ਡਰਦਾ ਭੱਜਦਾ ਹੈ, ਪਰ ਮੌਤ ਇਹਦਾ ਖਹਿੜਾ ਫਿਰ ਵੀ ਨਹੀਂ ਛੱਡਦੀ। ਦੁਨੀ ਚੰਦ ਦੀ ਸਤਿਗੁਰਾਂ ਤੋਂ ਬੇਮੁਖ ਹੋਣ ਕਰਕੇ ਮੌਤ ਹੋਈ। ਐਸੀ ਪ੍ਰਸੰਗ ਦੀ ਵਿਚਾਰ ਆ ਰਹੀ ਹੈ। ਆਓ ਬੜੇ ਪ੍ਰੇਮ ਨਾਲ ਮਨੋਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੂਸ਼ਨ ਹੋਏ ਗਮਨਿਓ ਨਿਜ ਡੇਰੇ। ਭਾਈ ਦੁਨੀ ਚੰਦ ਸਾਰਿਆਂ ਦੇ ਕੋਲੋਂ ਨਿਰਾਸ਼ ਹੋ ਕਰਕੇ, ਚੁੱਪ ਹੋ ਕਰਕੇ ਆਪਣੇ ਡੇਰੇ ਵਿੱਚ ਪਹੁੰਚਿਆ। ਇਹਦੇ ਚਿੱਤ ਦੇ ਵਿੱਚ ਟਿਕਾ ਨਹੀਂ ਆਉਂਦਾ ਪਿਆ, ਬੜੀ ਚਿੰਤਾ ਲੱਗੀ ਹੋਈ ਹੈ। ਇਸ ਦੁਨੀ ਚੰਦ ਨੇ ਆਪਦੇ ਡੇਰੇ ਵਿੱਚ ਜਾ ਕਰਕੇ ਮਾਝੇ ਦੀ ਸਾਰੀ ਸੰਗਤ ਜਿਹੜੀ ਇਹਦੇ ਨਾਲ ਆਈ ਸੀ ਜੰਗ ਲੜਨ, ਉਹਨਾਂ ਸਾਰੇ ਮਾਝੇ ਦੇ ਸਿੰਘਾਂ ਨੂੰ ਪਾਸ ਬੁਲਾਉਣਾ ਕੀਤਾ। ਉਹਨਾਂ ਨੂੰ ਕੋਲ ਬੁਲਾ ਕੇ ਦੁਨੀ ਚੰਦ ਕਹਿਣ ਲੱਗਾ ਕਿ ਜੇ ਇੱਥੇ ਰਹੇ ਤੇ ਬੜੇ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ, ਮਾਰਨਾ ਮਰਨਾ ਪਵੇਗਾ। ਮਾਝੇ ਦੇ ਸਿੰਘਾਂ ਨੂੰ ਕਹਿਣ ਲੱਗਾ ਕਿ ਨਾਹਕ ਬਿਨਾਂ ਆਈ ਤੋਂ ਕਿਉਂ ਆਪਦੇ ਪ੍ਰਾਣ ਗਵਾਉਂਦੇ ਹੋ। ਸਵੇਰ ਹੋਣ ਦੀ ਦੇਰ ਆ, ਆਪਾਂ ਸਾਰੇ ਮਰ ਜਾਵਾਂਗੇ, ਖਤਮ ਹੋ ਜਾਵਾਂਗੇ। ਇਹਨਾਂ ਦੇ ਕੋਲ ਰਹਿ ਕੇ, ਭਾਵ ਕਲਗੀਧਰ ਪਾਤਸ਼ਾਹ ਦੇ ਕੋਲ ਰਹਿ ਕੇ ਆਪਾਂ ਨੂੰ ਕੀ ਪ੍ਰਾਪਤੀ ਹੋ ਜਾਵੇਗੀ। ਇਸ ਕਰਕੇ ਜਦੋਂ ਇਹ ਰਾਤ ਬਤੀਤ ਹੋ ਗਈ ਤਾਂ ਦਿਨ ਚੜ੍ਹਦਿਆਂ ਸਾਰ ਆਪਣੇ ਸਾਹਮਣੇ ਸੰਕਟ ਹੀ ਸੰਕਟ ਹੈ, ਮੁਸੀਬਤਾਂ ਹੀ ਮੁਸੀਬਤਾਂ ਹਨ। ਇਸ ਕਰਕੇ ਮੇਰੀ ਮੰਨੋ ਤਾਂ ਦੁਨੀ ਚੰਦ ਕਹਿਣ ਲੱਗਾ ਕਿਉਂ ਨਾ ਆਪਾਂ ਜਿਉਂਦੇ ਜੀ ਆਪਦੇ ਘਰ ਵਿੱਚ ਚਲੇ ਜਾਣਾ ਕਰੀਏ, ਪਰਿਵਾਰ 'ਚ ਜਾ ਕੇ ਵਸੀਏ। ਇੱਥੇ ਕਿਸੇ ਵੀ ਤਰੀਕੇ ਨਾਲ ਆਪਣੇ ਪ੍ਰਾਣ ਬਚ ਨਹੀਂ ਸਕਦੇ।
ਇਸ ਕਰਕੇ ਜੇ ਆਪਾਂ ਪਲਾਏ ਦੌੜ ਕੇ ਭੱਜ ਕੇ ਆਪਦੇ ਘਰ ਚਲੇ ਜਾਈਏ ਤਾਂ ਸੁਖ ਕੇ ਸੰਗ ਮਿਲ ਹੈ ਪਰਿਵਾਰ ਹੈ, ਤਾਂ ਬੜੇ ਸੁੱਖਾਂ ਨਾਲ ਆਪਦੇ ਪਰਿਵਾਰ ਵਿੱਚ ਜਾ ਕਰਕੇ ਮਿਲਾਂਗੇ। ਛੋਟੀ ਅਪਰ ਗੁਰੂ ਕਰ ਲਹੈ, ਕਿਸੇ ਹੋਰ ਸੋਢ ਬੰਸ ਦੇ ਵਿੱਚੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਅੰਸ਼ ਬੰਸ ਵਿੱਚੋਂ ਜਿਹਨੂੰ ਚਾਹੀਏ ਆਪਾਂ ਗੁਰੂ ਬਣਾ ਦੇਵਾਂਗੇ। ਰਾਮਦਾਸ ਕੀ ਕੁਲ ਕੋ ਪੈ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਕੁਲ ਵਿੱਚੋਂ ਆਪਾਂ ਜਿਹਨੂੰ ਮਰਜ਼ੀ ਗੁਰੂ ਬਣਾ ਸਕਦੇ ਹਾਂ। ਵਿਦਿਆਦਕ ਮੂਰਖ ਸਿਮਰਾਏ, ਇਸ ਤੋਂ ਇਲਾਵਾ ਇਹ ਮੂਰਖ ਦੁਨੀ ਚੰਦ ਬਹੁਤ ਜ਼ਿਆਦਾ ਗਿਣਤੀਆਂ ਸੋਚਾਂ ਵਿਚਾਰਾਂ ਕਰਦਾ ਮਨ ਅੰਦਰ, ਆਜ ਚਰਨ ਕੋ ਬਿਉਤ ਬਣਾਏ, ਤੇ ਕਿਲੇ ਦੇ ਵਿੱਚੋਂ ਭੱਜ ਜਾਣ ਦੀਆਂ ਵਿਉਂਤਾਂ ਸਕੀਮਾਂ ਕੱਢਦਾ ਹੈ। ਜੈ ਕਹਿਤੀ ਕਿਲੇ ਦਾਮ ਬਟੋਰ, ਤਾਂ ਜਿੱਥੋਂ ਕਿੱਥੋਂ ਵੀ ਕਹਿਣ ਲੱਗਾ ਕਿ ਆਪਾਂ ਦਾਮ ਰੱਸਾ ਜਿਹੜਾ ਉਹ ਇਕੱਠਾ ਕਰੀਏ, ਭਾਵ ਰੱਸੀਆਂ ਦੇ ਟੋਟੇ ਇਕੱਠੇ ਕਰਨਾ ਕਰੀਏ ਕਿਲੇ ਤੋਂ ਥੱਲੇ ਉਤਰਨ ਵਾਸਤੇ। ਅਰਧ ਰਾਤਰ ਤਮ ਬਸਰਿਓ ਘੋਰ, ਅੱਧੀ ਰਾਤ ਦਾ ਸਮਾਂ ਹੈ, ਚਾਰੇ ਪਾਸੇ ਹਨੇਰਾ ਛਾਇਆ ਹੋਇਆ ਅੱਧੀ ਰਾਤ ਕਰਕੇ। ਟਿਕੇ ਗੁਰੂ ਸਿੱਖ ਸੇਵਕ ਸਾਰੇ, ਸਾਰੇ ਗੁਰੂ ਕੇ ਸਿੰਘ ਆਰਾਮ ਕਰਦੇ ਪਏ ਆ, ਸੁੱਤੇ ਪਏ ਹਨ। ਜਾਗੈ ਜਿਤ ਕਿਤ ਨਰ ਕੀ ਰਾਰੇ, ਇਸ ਕਰਕੇ ਕੋਈ ਸਿੰਘ ਜਾਗਦਾ ਪਿਆ ਹੈ, ਆਪਾਂ ਭੱਜ ਸਕਦੇ ਹਾਂ, ਜਾ ਸਕਦੇ ਹਾਂ। ਤਾਵੀ ਤੁਪਕ ਚਲੈ ਕਬ ਕਬੈ, ਕੋਈ ਟਾਵੀਂ ਬੰਦੂਕ ਚੱਲਦੀ ਪਈ ਆ, ਰਾਤ ਦਾ ਸਮਾਂ, ਸਾਰੇ ਵਿਸ਼ਰਾਮ ਕਰਦੇ ਪਏ ਹਨ। ਦਿਸ਼ਾ ਦੂਸਰੀ ਤੇ ਹਟ ਸਬੈ, ਆਪਾਂ ਦੂਸਰੀ ਦਿਸ਼ਾ ਦੇ ਪਾਸੇ ਜਾ ਕਰਕੇ ਉਥੋਂ ਦੀ ਥੱਲੇ ਉਤਰ ਸਕਦੇ ਹਾਂ, ਕਿਲੇ ਦੇ ਪਿਛਲੇ ਪਾਸਿਓਂ। ਜਿਤ ਦਿਸ਼ ਜਾਣਿਓ ਨਰ ਨਰ ਨਹਿ, ਜਿਹੜੀ ਦਿਸ਼ਾ ਦੇ ਵੱਲ ਆਪਾਂ ਜਾਣਾਂਗੇ ਕਿ ਕੋਈ ਵੀ ਮਨੁੱਖ ਪਹਿਰੇ ਉੱਪਰ ਨਹੀਂ ਹੈ, ਅਵਸਰ ਭਾਗਨ ਕੋ ਤਬਲ ਹੈ, ਉਦੋਂ ਆਪਾਂ ਭੱਜਣ ਦਾ ਅਵਸਰ ਮੌਕਾ ਪ੍ਰਾਪਤ ਕਰ ਲਵਾਂਗੇ ਕਿਲੇ ਵਿੱਚੋਂ। ਦੁਆਰੈ ਕੋ ਨਿਕਸਿਓ ਨਹਿ ਜਾਈ, ਇਸ ਦਰਵਾਜ਼ੇ ਜਿਹੜਾ ਮੇਨ ਦਰਵਾਜ਼ਾ ਕਿਲੇ ਦਾ, ਇਹਦੇ ਵਿੱਚੋਂ ਦੀ ਨਹੀਂ ਨਿਕਲਿਆ ਜਾਣਾ, ਸਾਰਿਆਂ ਦੇ ਸਾਹਮਣੇ ਆਪਾਂ ਨਹੀਂ ਭੱਜ ਸਕਦੇ, ਸਿੰਘ ਇਤ ਉਤ ਸਮੁਦਾਈ, ਕਿਉਂਕਿ ਸਾਰੇ ਸਿੰਘ ਇੱਧਰ ਉੱਧਰ ਜਿਹੜੇ ਰਾਤ ਨੂੰ ਪਹਿਰਾ ਦਿੰਦੇ ਐ ਉਹ ਵਿਚਰਦੇ ਪਏ ਹਨ, ਆਪਾਂ ਨੂੰ ਵੇਖ ਲੈਣਗੇ। ਦੂਸ਼ ਮੋਰਚਾ ਕਰਿਓ ਪਹਾਰੀ, ਉਧਰੋਂ ਪਹਾੜੀਆਂ ਨੇ ਜਿਹੜਾ ਆਪਦਾ ਮੋਰਚਾ ਉਹ ਵੀ ਸ਼ੂਸ਼ ਖਾਲੀ ਕਰ ਦਿੱਤਾ ਹੈ। ਅੰਦਰ ਜਹ ਮਜੈਲ ਸਰਕਾਰੀ, ਅੰਤਰ ਜਹਾਂ ਮਝੈਲ ਥਿਰਕਾਰੀ, ਅੰਦਰ ਜਿੱਥੇ ਜਿੱਥੇ ਵੀ ਮਝੈਲ ਮਾਝੇ ਦੇ ਸਿੰਘ ਟਿਕੇ ਹੋਏ ਹਨ, ਕੋ ਬਰਤ ਪਾਇ ਲਟਕਾਵਾ, ਉੱਥੋਂ ਮਾਝੇ ਦੇ ਸਿੰਘਾਂ ਨੇ ਰੱਸਾ ਜਿਹੜਾ ਸੀ ਥੱਲੇ ਨੂੰ ਲਮਕਾ ਦੇਣਾ ਕੀਤਾ ਹੈ। ਅਰਧਿਕ ਉਤਰ ਗਈ ਥਰ ਤਾਪ ਥਾਵਾ, ਅੱਧੇ ਮਾਝੇ ਦੇ ਸਿੰਘ ਜਦੋਂ ਉਤਰ ਗਏ ਨਾ, ਕਿਲੇ ਦੇ ਮਗਰਲੇ ਪਾਸਿਓਂ ਦੀ ਲੋਹਗੜ੍ਹ ਦੇ ਕਿਲੇ ਦੇ ਮਗਰਲੇ ਪਾਸਿਓਂ ਦੀ ਰੱਸਾ ਲਮਕਾਉਣਾ ਕੀਤਾ। ਰੱਸੇ ਦੇ ਵਿੱਚ ਜੋੜ ਪਾਏ ਹੋਏ ਸਨ, ਉਸ ਰੱਸੇ ਨੂੰ ਪਕੜ ਕੇ ਮਾਝੇ ਦੇ ਅੱਧੇ ਕੋ ਸਿੰਘ ਥੱਲੇ ਉਤਰ ਗਏ। ਦੁਨੀ ਚੰਦ ਜਿਸ ਤਨ ਬਹੁ ਪੀਨਾ, ਤੇ ਜਿਸ ਵਕਤ ਭਾਈ ਦੁਨੀ ਚੰਦ ਦੀ ਵਾਰੀ ਆਈ ਨਾ ਰੱਸਾ ਪਕੜ ਕੇ ਥੱਲੇ ਉਤਰਨ ਦੀ, ਉਤਰਨ ਹੇਤ ਸੋ ਬ੍ਰਤ ਕਹਿ ਲੀਨਾ, ਤੇ ਜਿਸ ਵਕਤ ਦੁਨੀ ਚੰਦ ਨੇ ਥੱਲੇ ਉਤਰਨ ਵਾਸਤੇ ਉਹ ਰੱਸਾ ਪਕੜਨਾ ਕੀਤਾ, ਨੇ ਸਰੇ ਤਬ ਉਤਰਤ ਭਇਓ, ਹੌਲੀ ਹੌਲੀ ਦੁਨੀ ਚੰਦ ਉਸ ਰੱਸੇ ਨੂੰ ਪਕੜ ਕੇ ਥੱਲੇ ਉਤਰਦਾ ਪਿਆ ਲੋਹਗੜ੍ਹ ਦੇ ਕਿਲੇ ਤੋਂ। ਅਰਧਿਕ ਜਪੈ ਲਟਕਤੇ ਹੋ ਗਇਓ, ਤੇ ਜਿਸ ਵਕਤ ਅੱਧਾ ਕ ਲਮਕਾਇਆ ਥੱਲੇ, ਤਾਂ ਉਸ ਸਮੇਂ ਮਹਾਭਾਰਨੈ ਦਾਮ ਸਹਾਰਾ, ਇਸ ਦੁਨੀ ਚੰਦ ਦਾ ਸਰੀਰ ਮੋਟਾ ਹੋਣ ਕਰਕੇ, ਭਾਰਾ ਹੋਣ ਕਰਕੇ ਰੱਸੀ ਤੋਂ ਇਹਦਾ ਭਾਰ ਝੱਲਿਆ ਨਾ ਗਿਆ। ਟੂਟ ਤੜਾਕ ਗਇਓ ਦਿਸ ਬਾਰਾ, ਰੱਸੀ ਜਿਹੜੀ ਸੀ ਤੜਕ ਕਰਕੇ ਟੁੱਟ ਗਈ ਹੈ, ਤੇ ਦੁਨੀ ਚੰਦ ਧਰਤੀ ਦੇ ਉੱਪਰ ਆਣ ਪਿਆ, ਡਿੱਗ ਪਿਆ ਧਰਤੀ ਦੇ ਉੱਪਰ ਜ਼ੋਰ ਨਾਲ। ਕੁਛ ਗਇਓ ਗਇਓ ਨਹਿ ਕਰਤੇ, ਬੜੇ ਸਿੰਘਾਂ ਨੇ ਇਹਨੂੰ ਸੰਭਾਲਣ ਦਾ ਯਤਨ ਕੀਤਾ, ਪਰ ਭਾਰਾ ਜ਼ਿਆਦਾ ਸੀ, ਹੱਥਾਂ ਦੇ ਵਿੱਚ ਕਿੱਥੋਂ ਆਉਂਦਾ। ਜਦੋਂ ਰੱਸੇ ਤੋਂ ਥੱਲੇ ਡਿੱਗਿਆ, ਇਹਦੇ ਨਾਲ ਦੇ ਮਾਝੇ ਦੇ ਸਿੰਘਾਂ ਨੇ ਬੜਾ ਬਚਾਉਣ ਦਾ ਯਤਨ ਕੀਤਾ। ਮੇਰਿਓ ਤੁਰਤ ਬਹੁ ਰਹੇ ਸਮਰਤੇ, ਬਹੁਤ ਸਿੰਘਾਂ ਨੇ ਸੰਭਾਲਿਆ, ਪਰ ਇਹ ਕਾਹਲੀ ਨਾਲ ਧਰਤੀ ਦੇ ਉੱਪਰ ਡਿੱਗ ਪਿਆ। ਏਕ ਜਾਂਗ ਕੇ ਭਾਰ ਗਿਰਿਓ, ਜਦੋਂ ਧਰਤੀ ਤੇ ਡਿੱਗਾ ਨਾ, ਤਾਂ ਦੁਨੀ ਚੰਦ ਦੀ ਇੱਕੋ ਲੱਤ ਦੇ ਉੱਪਰ ਜ਼ਿਆਦਾ ਭਾਰ ਆ ਗਿਆ। ਕੀ ਚੋਟ ਸੋ ਟੂਟ ਗਈ ਤਬ,
ਇੱਕ ਲੱਤ ਤੇ ਭਾਰ ਆਉਣ ਕਰਕੇ ਲੱਤ ਟੁੱਟ ਗਈ ਹੈ। ਉਸੇ ਸਮੇਂ ਦੁਨੀ ਚੰਦ ਦੀ ਇਹਦੀ ਮੌਤ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਗਈ ਆ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮਾਵੈ ਬਿਨ ਸਤਿਗੁਰ ਮੁਕਤ ਨਾ ਪਾਏ। ਤਾਂ ਇਸ ਤਰੀਕੇ ਦੇ ਨਾਲ ਇਹਦਾ ਅੰਤ ਆਰੰਭ ਹੋ ਗਿਆ ਲੱਤ ਟੁੱਟਣ ਨਾਲ। ਜਦੋਂ ਲੱਤ ਇਹਦੀ ਟੁੱਟੀ ਹੈ ਨਾ, ਲੱਤ ਟੁੱਟਣ ਕਰਕੇ ਦੁੱਖ ਤਾਂ ਬੜਾ ਹੋਇਆ, ਪਰ ਦੁਨੀ ਚੰਦ ਰੌਲਾ ਪਾਉਣ ਜੋਗਾ ਵੀ ਨਹੀਂ ਸੀਗਾ। ਕਿਉਂ? ਕਿਉਂਕਿ ਜੇ ਰੌਲਾ ਪਾਉਂਦਾ ਤਾਂ ਪਤਾ ਲੱਗ ਜਾਣਾ ਸੀ ਦੁਨੀ ਚੰਦ ਭੱਜ ਚੱਲਿਆ ਤੇ ਬੇਇੱਜ਼ਤੀ ਬੜੀ ਹੋਣੀ ਸੀ ਕਲਗੀਧਰ ਪਾਤਸ਼ਾਹ ਤੋਂ। ਇਸ ਕਰਕੇ ਲੱਤ ਟੁੱਟਣ ਕਰਕੇ ਦਰਦ ਤਾਂ ਬੜੀ ਹੋਈ, ਪਰ ਇਹਨੇ ਆਪਦੀ ਰੌਲਾ ਪਾਉਣ ਤੋਂ ਜਿਹੜਾ ਚਿੱਤ ਸੀ ਰੋਕ ਲੈਣਾ ਕੀਤਾ। ਜਿਸ ਵਕਤ ਇਹ ਡਿੱਗਾ ਲੱਤ ਟੁੱਟ ਗਈ ਆ, ਇਹਦੇ ਤੋਂ ਤਾਂ ਉੱਠਿਆ ਨਾ ਗਿਆ ਦੁਨੀ ਚੰਦ ਤੋਂ। ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਉਠਾਉਣਾ ਕੀਤਾ, ਚੁੱਕਣਾ ਕੀਤਾ। ਇੱਕ ਜਾਣੇ ਤੋਂ ਤਾਂ ਚੱਕਿਆ ਨਹੀਂ ਸੀ ਜਾਣਾ, ਕਹਿੰਦੇ 6-7 ਜਾਣਿਆਂ ਨੇ ਹੱਥ ਪਾ ਕੇ ਸਿਰਾਂ ਦੇ ਉੱਪਰ ਲੈਣਾ ਕੀਤਾ, ਮੋਢਿਆਂ ਤੇ ਚੁੱਕਣਾ ਕੀਤਾ ਦੁਨੀ ਚੰਦ ਨੂੰ। ਇਹਨੂੰ ਚੁੱਕ ਕੇ ਮੋਢਿਆਂ ਦੇ ਉੱਪਰ ਤੇ ਇੱਕ ਮੰਜੇ ਦੇ ਕੋਲ ਲੈ ਗਏ ਹਨ। ਤੇ ਜਿਹੜੇ ਮਗਰ ਰਹਿ ਗਏ ਸਨ ਸਾਥੀ ਜਿਨ੍ਹਾਂ ਨੇ ਅਜੇ ਉਤਰਨਾ ਸੀ, ਉਹ ਵੀ ਮਸਾਂ ਹੀ ਕਿਤੇ ਰੱਸਿਆਂ ਨੂੰ ਗਾਂਢੇ ਲਾ ਲਾ ਕੇ ਥੱਲੇ ਉਤਰੇ ਹਨ। ਏਦਾਂ ਇਹ ਸਾਰੇ ਦੁਨੀ ਚੰਦ ਅਤੇ ਦੁਨੀ ਚੰਦ ਦੇ ਨਾਲ ਦੇ ਸਾਥੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਵੱਲ ਚੱਲ ਪਏ ਹਨ, ਆਪੋ ਆਪਣੇ ਘਰਾਂ ਨੂੰ ਸਤਿਗੁਰਾਂ ਤੋਂ ਬੇਮੁਖ ਹੋ ਕਰਕੇ। ਇਸ ਤਰ੍ਹਾਂ ਇਹ ਡਰ ਧਾਰ ਕੇ ਕਿ ਮਗਰੋਂ ਸਿੰਘ ਆ ਕੇ ਪਕੜ ਨਾ ਲੈਣ, ਕਿਤੇ ਪਹਾੜੀਏ ਨਾ ਆ ਕੇ ਮਗਰੋਂ ਮਾਰ ਦੇਣ ਹਮਲਾ ਕਰਕੇ, ਇੱਦਾਂ ਡਰਦੇ ਡਰਦੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਚਲੇ ਜਾਂਦੇ ਹਨ। ਇਸ ਤਰੀਕੇ ਨਾਲ ਇਹਨੂੰ ਚੁੱਕ ਕੇ ਤੁਰੇ ਜਾਂਦੇ ਹੈ ਤੇ ਦੁਨੀ ਚੰਦ ਨੂੰ ਪੀੜ ਬਹੁਤ ਹੋ ਰਹੀ ਹੈ, ਦਰਦ ਬਹੁਤ ਹੋ ਰਿਹਾ ਰਸਤੇ ਵਿੱਚ। ਬਹੁਤ ਜ਼ਿਆਦਾ ਦੁੱਖ ਪਾ ਕਰਕੇ ਹਾਏ ਹਾਏ ਦੀਆਂ ਆਵਾਜ਼ਾਂ ਕਰਦਾ ਉੱਚੀ ਉੱਚੀ ਦੁਨੀ ਚੰਦ। ਇੱਧਰੋਂ ਚਲੋ ਰਾਤ ਬਤੀਤ ਹੋਈ ਆ, ਉਹ ਦੁਨੀ ਚੰਦ ਹੋਣੀ ਤੁਰੇ ਜਾਂਦੇ ਹਨ। ਜਦੋਂ ਇੱਧਰ ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ, ਤਾਂ ਅੰਮ੍ਰਿਤ ਵੇਲੇ ਸਾਰੇ ਸਿੰਘਾਂ ਨੇ ਸ਼ੌਚ ਪਵਿੱਤਰਤਾ ਦੇ ਨਾਲ ਇਸ਼ਨਾਨ ਕੀਤਾ ਹੈ। ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਵੇਲਾ ਸੰਭਾਲਣਾ ਕੀਤਾ ਹੈ। ਸਰੀਰ ਦੇ ਉੱਪਰ ਬਸਤਰਾਂ ਅਤੇ ਸ਼ਸਤਰਾਂ ਨੂੰ ਸਜਾ ਕਰਕੇ ਡੂੰਘੇ ਗੁਣਾਂ ਵਾਲੇ ਪਾਤਸ਼ਾਹ ਮਹਾਰਾਜ ਸੁੰਦਰ ਆਸਣ ਦੇ ਉੱਪਰ ਵਿਰਾਜਮਾਨ ਹੋਏ ਹਨ। ਅੰਮ੍ਰਿਤ ਵੇਲੇ ਦੇ ਸੁੰਦਰ ਮੰਗਲ ਉਤਸ਼ਾਹ ਹੋਣ ਲੱਗੇ ਹਨ। ਅੰਮ੍ਰਿਤ ਵੇਲਾ ਸੀ, ਚਾਰੇ ਪਾਸੇ ਕਿਧਰੋਂ ਸੰਖਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਕਿਧਰੋਂ ਧੁਨ ਨਗਾਰਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਰਾਗੀਆਂ ਨੇ, ਕੀਰਤਨੀਆਂ ਨੇ ਆਸਾ ਜੀ ਦੀ ਵਾਰ ਦਾ ਭੋਗ ਪਾਉਣਾ ਕੀਤਾ, ਸਮਾਪਤੀ ਕੀਤੀ ਹੈ। ਸਾਰੇ ਸਿੰਘਾਂ ਨੇ ਬੜੇ ਪ੍ਰੇਮ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ, ਸਮਾਪਤੀ ਤੇ ਸਿਰ ਝੁਕਾਉਣਾ ਕੀਤਾ ਅਦਬ ਨਾਲ। ਇੱਧਰੋਂ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਰਣਜੀਤ ਨਗਾਰੇ ਉੱਪਰ ਚੋਟਾਂ ਮਾਰਨਾ ਕੀਤੀਆਂ ਸਿੰਘਾਂ ਨੇ। ਜਿਹੜਾ ਰਣਜੀਤ ਨਗਾਰਾ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਜਿੱਤ ਦਾ ਪ੍ਰਤੀਕ ਹੈ, ਵੀ ਸਤਿਗੁਰੂ ਮਹਾਰਾਜ ਜਿੱਤੇ ਹੀ ਜਿੱਤੇ ਹਨ। ਇੱਧਰੋਂ ਉੱਧਰੋਂ ਚੱਲ ਕਰਕੇ ਬਹੁਤੇ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦੇ ਨੇ ਆ ਕਰਕੇ। ਸਿੰਘਾਂ ਨੇ ਆਪਦੇ ਸਰੀਰਾਂ ਤੇ ਤਲਵਾਰਾਂ, ਢਾਲਾਂ, ਜਮਧਰ, ਜਮਦਾੜਾਂ ਅਤੇ ਤਰਕਸ਼ ਭੱਥੇ ਮੋਢਿਆਂ ਤੇ ਟੰਗਣਾ ਕੀਤੇ ਹਨ। ਕਈਆਂ ਨੇ ਤੋਮਰ, ਬਰਛੇ, ਤੁਪਕ, ਬੰਦੂਕਾਂ, ਤਬਰ ਆਪਦੇ ਲੱਕ ਦੇ ਨਾਲ ਕਸਣਾ ਕੀਤੇ ਹਨ। ਸਮੁਦਾਈ ਸਮੂਹ ਸਿੰਘ ਆ ਕਰਕੇ ਕਲਗੀਧਰ ਪਾਤਸ਼ਾਹ ਦੇ ਪਾਸ ਬੈਠਦੇ ਹਨ ਆਲੇ ਦੁਆਲੇ।
ਸਾਰੇ ਸਿੰਘ ਆਪੋ ਆਪਣੇ ਸ਼ਮਸ਼ ਦਾੜੇ ਨੂੰ ਤੇ ਮੁੱਛਾਂ ਨੂੰ ਤਾ ਦਿੰਦੇ ਹਨ। ਗਿਰ ਪਤਨ ਦੁੰਦ ਬਿਵਾਏ ਉਧਰੋਂ ਪਹਾੜੀ ਰਾਜਿਆਂ ਨੇ ਸਵੇਰ ਹੁੰਦਿਆਂ ਸਾਰ ਆਪਦੀਆਂ ਤਿਆਰੀਆਂ ਆਰੰਭ ਕੀਤੀਆਂ ਨੇ। ਧੁੰਦ ਬਨਗਾਰੇ ਵਜਾਉਣਾ ਕੀਤੇ ਐ। ਢੋਲ ਸਮੂਹ ਡੰਕ ਟਮਕਾਏ ਢੋਲਾਂ ਦੇ ਉੱਪਰ ਡਗੇ ਲਾਉਣਾ ਕੀਤੇ ਐ। ਇਸ ਤਰੀਕੇ ਨਾਲ ਆਵਾਜ਼ਾਂ ਆਉਣ ਲੱਗੀਆਂ ਹਨ। ਰਣ ਸਿੰਘੇ ਤੁਰਰੀ ਬਜਵਾਏ ਬਹੁਤ ਜ਼ਿਆਦਾ ਰਣ ਸਿੰਘੇ ਤੁਰਰੀਆਂ ਵਜਾਉਣਾ ਕੀਤੀਆਂ ਹਨ। ਨਫੀਰੀ ਜੇ ਸਮੁਦਾਏ ਬਹੁਤ ਜ਼ਿਆਦਾ ਨਫੀਰੀਆਂ ਤੂਤੀਆਂ ਇਤਿਆਦਿਕ ਨਿੱਕੇ ਵਾਜੇ ਵਜਾਉਣਾ ਕੀਤੇ ਹਨ। ਕੋਲਾਹਲ ਦਲ ਮਹਿ ਹੋਵਾ ਬਹੁਤ ਜ਼ਿਆਦਾ ਸਾਰੀ ਫੌਜ ਦੇ ਵਿੱਚ ਪਹਾੜੀਆਂ ਦੀ ਫੌਜ ਵਿੱਚ ਰੌਲਾ ਪੈ ਗਿਆ ਸਾਰੇ ਪਾਸੇ। ਸਾਹਤ ਚਾਹਤ ਗੱਜ ਢੋਵਾ ਸਾਰੇ ਜਾਣੇ ਬੜੇ ਉਤਸ਼ਾਹ ਵਿੱਚ ਹੈ ਵੀ ਅੱਜ ਅਸੀਂ ਹਾਥੀ ਲੈ ਕੇ ਜਾਣਾ ਲੋਹਗੜ੍ਹ ਦੇ ਕਿਲੇ ਵੱਲ। ਸਾਰੇ ਪਹਾੜੀਆਂ ਦੇ ਚਿੱਤ ਵਿੱਚ ਮਨ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਸਭ ਪਰ ਸਤਿਗੁਰ ਦ੍ਰਿਸ਼ਟ ਚਲਾਈ ਇਧਰੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਾਰੇ ਸਿੰਘ ਸੱਜ ਧੱਜ ਕੇ ਸਤਿਗੁਰਾਂ ਦੇ ਆਲੇ ਦੁਆਲੇ ਆ ਕਰਕੇ ਸਜੇ ਬੈਠੇ ਆ ਨਾ, ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸਾਰੇ ਸਿੰਘਾਂ ਦੇ ਵੱਲ ਨਜ਼ਰ ਫੇਰ ਕੇ ਤੱਕਦੇ ਪਏ ਹਨ। ਇੱਧਰ ਉੱਧਰ ਵੇਂਦੇ ਐ। ਮਹਿ ਮਜੈਲ ਕੋ ਪਰਿਉ ਦਿਖਾਈ ਕੀ ਵੇਖਦੇ ਮਹਾਰਾਜ ਕਿ ਅੱਜ ਕੋਈ ਵੀ ਮਾਝੇ ਦਾ ਸਿੰਘ ਨਜ਼ਰ ਹੀ ਨਹੀਂ ਆਉਂਦਾ ਪਿਆ। ਸਾਰੇ ਸਿੰਘ ਆ ਗਏ ਆ, ਮਾਝੇ ਦਾ ਕੋਈ ਸਿੰਘ ਨਜ਼ਰ ਨਹੀਂ ਆ ਰਿਹਾ ਸਿੰਘਾਂ ਵਿੱਚੋਂ। ਮੱਟੂ ਸੇਵਾ ਸਿੰਘ ਜੇ ਆਦ ਜਿਹੜੇ ਮੱਟੂ ਗੋਤ ਦੇ ਜੋ ਜੱਟ ਜ਼ਿਮੀਂਦਾਰਾਂ ਦੀ ਗੋਤ ਹੈ, ਹੋਰ ਜਿਹੜੇ ਸੇਵਾ ਸਿੰਘ ਇਤਿਆਦਿਕ ਸਿੰਘ ਸਨ, ਮੈਂ ਆਇਓ ਕਹਾਂ ਭਇਓ ਵਿਖਾਦ ਕੋਈ ਵੀ ਨਜ਼ਰ ਨਹੀਂ ਆਉਂਦਾ ਪਿਆ। ਮਹਾਰਾਜ ਨੇ ਪੁੱਛਿਆ ਕੋਈ ਝਗੜਾ ਹੋ ਗਿਆ, ਕਿੱਧਰ ਚਲੇ ਗਏ ਹਨ ਸਾਰੇ। ਨੇ ਕਹਿਤ ਸਿੰਘ ਦੋਏ ਆਏ ਇੰਨੇ ਚਿਰ ਨੂੰ ਜਦੋਂ ਮਹਾਰਾਜ ਨੇ ਪੁੱਛਿਆ ਨਾ, ਤਾਂ ਦੋ ਸਿੰਘ ਚੱਲ ਕਰਕੇ ਆਏ। ਨਮੋ ਕਰਤ ਹੀ ਬਾਤ ਸੁਨਾਏ ਉਹਨਾਂ ਸਿੰਘਾਂ ਨੇ ਮਹਾਰਾਜ ਨੂੰ ਬਾ ਅਦਬ ਨਮਸਕਾਰ ਕਰਕੇ ਮੱਥਾ ਟੇਕ ਕੇ ਬੇਨਤੀ ਕੀਤੀ। ਮਹਾਰਾਜ ਸੰਗ ਲਈ ਮਜੈਲ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਹ ਕੀ ਦੱਸਣਾ ਕਰੀਏ ਕਿ ਇਹ ਦੁਨੀ ਚੰਦ ਜਿਹੜਾ ਹੈ ਆਪਦੇ ਨਾਲ ਮਾਝੇ ਦੇ ਸਿੰਘਾਂ ਨੂੰ ਲੈ ਕਰਕੇ, ਦੁਨੀ ਚੰਦ ਭਾਜੋ ਨਿਸ ਗੈਲ ਜਿਹੜਾ ਦੁਨੀ ਚੰਦ ਹੈ ਇਹ ਰਾਤ ਦੇ ਹਨੇਰੇ ਵਿੱਚ ਕਿਲੇ ਦੇ ਮਗਰਲੇ ਪਾਸਿਓਂ ਦੀ ਭੱਜ ਗਿਆ ਹੈ। ਕਹਿਓ ਆਪਨੇ ਰਣ ਕੋ ਪ੍ਰੇਰਨ ਕਿਉਂਕਿ ਮਹਾਰਾਜ ਆਪ ਜੀ ਦੁਨੀ ਚੰਦ ਨੂੰ ਮੈਦਾਨੇ ਜੰਗ ਅੰਦਰ ਹਾਥੀ ਦੇ ਨਾਲ ਲੜਨ ਵਾਸਤੇ ਪ੍ਰੇਰਨਾ ਚਾਹੁੰਦੇ ਸੀ। ਤੁਹਾਡੀ ਇੱਛਾ ਸੀ ਵੀ ਉਸ ਮਸਤ ਹਾਥੀ ਦਾ ਮੁਕਾਬਲਾ ਦੁਨੀ ਚੰਦ ਕਰੇ। ਮਸਤਮ ਤੰਗ ਸੰਗ ਤਹਿ ਭੇਰਨ ਮਹਾਰਾਜ ਆਪ ਚਾਹੁੰਦੇ ਸੀ ਉਸ ਮਸਤ ਹਾਥੀ ਦੇ ਨਾਲ ਇਸ ਦੁਨੀ ਚੰਦ ਨੂੰ ਭਿੜਾਉਣਾ, ਜਿਸਤੇ ਤਰਾਸ ਧਾਰ ਭਜ ਗਇਓ ਪਰੰਤੂ ਮਹਾਰਾਜ ਉਹ ਤੁਹਾਡੀਆਂ ਬਖਸ਼ਿਸ਼ਾਂ ਪ੍ਰਾਪਤ ਨਾ ਕਰ ਸਕਿਆ। ਮਹਾਰਾਜ ਤੁਹਾਡੇ ਬਚਨਾਂ ਤੋਂ ਡਰਦਾ ਮਹਾਰਾਜ ਡਰ ਕੇ ਹੀ ਭੱਜ ਗਿਆ। ਅਪਰਣਾ ਕਾਰਨ ਕੁਛ ਲਖ ਪਇਓ ਮਹਾਰਾਜ ਉਹ ਦੋ ਸਿੰਘਾਂ ਬੇਨਤੀ ਕੀਤੀ। ਮਹਾਰਾਜ ਇਸ ਤੋਂ ਇਲਾਵਾ ਕੋਈ ਹੋਰ ਕਾਰਨ ਨਹੀਂ ਜਾਣਿਆ ਜਾਂਦਾ ਵੀ ਕਿਉਂ ਭੱਜਾ ਹੋਵੇ। ਇਹੋ ਹੀ ਕਾਰਨ ਹੈ ਮਹਾਰਾਜ ਉਹ ਡਰਦਾ ਮਹਾਰਾਜ ਭੱਜ ਗਿਆ। ਮਰਬੇ ਕੋ ਡਰ ਧਰ ਔਰ ਭਾਗਾ ਮਹਾਰਾਜ ਮੌਤ ਦਾ ਡਰ ਧਾਰਨ ਕਰਕੇ ਭੱਜ ਗਿਆ। ਮੰਦ ਮਸੰਦ ਮਹਿਤ ਦੁਰਭਾਗਾ ਮਹਾਰਾਜ ਉਹ ਮੰਦੀ ਮਤ ਵਾਲਾ ਮਸੰਦ ਹੈ, ਉਹਦੇ ਵਰਗਾ ਖੋਟਿਆਂ ਭਾਗਾਂ ਵਾਲਾ ਹੋਰ ਕੌਣ ਹੋ ਸਕਦਾ ਹੈ। ਸਤਿਗੁਰ ਤਬ ਬਾਕ ਉਚਾਰੇ ਮਹਾਰਾਜ ਨੇ ਸਿੰਘਾਂ ਦੇ ਪਾਸੋਂ ਸੁਣ ਕਰਕੇ ਤਦੋਂ ਬਚਨ ਉਚਾਰਨ ਕੀਤੇ ਭਾਗਿਓ ਮੂੜ ਕਾਲ ਡਰ ਧਾਰੇ ਕਿ ਉਹ ਮੂਰਖ ਦੁਨੀ ਚੰਦ ਮੌਤ ਦਾ ਡਰ ਧਾਰਨ ਕਰਕੇ ਕਿਲੇ ਦੇ ਵਿੱਚੋਂ ਭੱਜਿਆ ਹੈ। ਮੈਂ ਪੀ ਤਿਸ ਕੋ ਕਲ ਅਕਾਲ ਅਗਾਰੀ ਫਿਰ ਕਿਹੜਾ ਉਹ ਮੌਤ ਤੋਂ ਬਚ ਜਾਵੇਗਾ। ਮਹਾਰਾਜ ਨੇ ਬਚਨ ਕਰ ਦਿੱਤਾ ਵੀ ਮੌਤ ਤੇ ਅੱਗੇ ਹੀ ਉਹਦਾ ਇੰਤਜ਼ਾਰ ਕਰਦੀ ਪਈ ਆ। ਆਗੇ ਹੂੰ ਕਾਲ ਧਰੇ ਅਸ ਗਾਜਤ ਛਾਜਤ ਹੈ ਜੇ ਤੇ ਨਾ ਸਿਆਈ ਹੈ। ਤਾਂ ਇਸ ਤਰ੍ਹਾਂ ਮਹਾਰਾਜ ਨੇ ਬਚਨ ਕਰਤਾ ਕਿ ਜੇ ਮੌਤ ਤੋਂ ਡਰ ਕੇ ਭੱਜਿਆ ਤਾਂ ਮੌਤ ਅਗਲੇ ਪਾਸੇ ਸੱਪ ਦੇ ਸਮਾਨ ਆਪਦਾ ਮੂੰਹ ਖਿਲਾਰ ਕੇ ਇਹਦਾ ਇੰਤਜ਼ਾਰ ਕਰਦੀ ਪਈ ਹੈ। ਮਾਰੇ ਕਹਾਂ ਜਾਏ ਡਰ ਧਾਰੀ ਇਹ ਜਿਹੜਾ ਗੀਦੜ ਹੈ ਇਹ ਮੌਤ ਤੋਂ ਡਰਦਾ ਮਾਰਾ ਕਿੱਥੇ ਭੱਜ ਕੇ ਜਾਵੇਗਾ। ਭਾਜ ਗਇਓ ਤਿਸ ਭਾਜਨ ਦੇਹੋ ਮਹਾਰਾਜ ਕਹਿੰਦੇ ਜਿਹੜਾ ਭੱਜ ਗਿਆ ਉਹਨੂੰ ਭੱਜਣ ਦਿਓ, ਉਹਦੀ ਚਿੰਤਾ ਨਾ ਕਰੋ। ਨਾ ਕਰੋ ਤੇ ਸੰਗ ਸਨੇਹੋ
ਮਹਾਰਾਜ ਫਰਮਾਉਂਦੇ ਉਹਦੇ ਨਾਲ ਭਾਈ ਹੁਣ ਕਾਹਦਾ ਸਨੇਹ ਰੱਖਣਾ, ਕਾਹਦਾ ਮੋਹ ਰੱਖਣਾ। ਜਿਹੜਾ ਭੱਜ ਹੀ ਗਿਆ ਉਹ ਸਾਡਾ ਕੀ ਲੱਗਦਾ ਹੈ। ਜੋ ਸਨਮੁਖ ਹੋਏ ਇਹ ਨਾ ਰਹਿਓ। ਮਹਾਰਾਜ ਫਰਮਾਉਂਦੇ ਜਿਹੜਾ ਸਨਮੁਖ ਹੋ ਕਰਕੇ ਇਸ ਥਾਂ ਤੇ ਰਹਿ ਗਿਆ ਹੈ। ਤਿਸ ਕੋ ਮੇਲ ਲਿਓ ਸੁਖ ਲਹਿਓ। ਮਹਾਰਾਜ ਫਰਮਾਉਂਦੇ ਜਿਹੜਾ ਮਾਝੇ ਦਾ ਸਿੰਘ ਦੁਨੀ ਚੰਦ ਨਾਲ ਆਇਆ ਸੀ, ਜਿਹੜਾ ਇੱਥੇ ਕੋਈ ਉਹਨਾਂ ਵਿੱਚੋਂ ਬਚਿਆ ਹੈ, ਉਹਦੇ ਨਾਲ ਕੋਈ ਵਿਤਕਰਾ ਨਾ ਕਰਿਓ, ਉਹਦੇ ਨਾਲ ਪ੍ਰੇਮ ਭਾਵਨਾ ਰੱਖੋ। ਤੇ ਜਿਹੜੇ ਦੁਨੀ ਚੰਦ ਨਾਲ ਭੱਜ ਗਏ ਨੇ ਉਹਦੇ ਨਾਲ, ਉਹਨਾਂ ਨਾਲ ਸਾਡਾ ਕੋਈ ਪ੍ਰੇਮ ਨਹੀਂ ਹੈ। ਸਭ ਮਝੈਲ ਰਣ ਕੇ ਡਰ ਭਾਗੇ। ਇਹ ਸਾਰੇ ਮਝੈਲ ਮਾਝੇ ਦੇ ਸਿੰਘ ਡਰ ਕੇ ਭੱਜ ਗਏ ਹਨ। ਇਸ ਕੋ ਫਲ ਲਾਗੇ ਤਿਨ ਆਗੇ। ਮਹਾਰਾਜ ਫਰਮਾਉਂਦੇ ਇਹਨਾਂ ਦਾ ਫਲ ਜਿਹੜਾ ਭੱਜਣ ਦਾ ਇਹਨਾਂ ਨੂੰ ਪ੍ਰਾਪਤ ਹੋ ਜਾਵੇਗਾ। ਇਸ ਦਿਨ ਜੰਗ ਗਰੇ ਤਿਨ ਪਰੇ। ਰਾਤ ਦਿਨ ਇਹਨਾਂ ਮਾਝੇ ਦੇ ਸਿੰਘਾਂ ਵਿੱਚ ਲੜਾਈ ਗਾਲੀ ਪਿਆਰਿਆ ਕਰੂਗੀ। ਇਹ ਡਰਦੇ ਮਾਰੇ ਭੱਜੇ ਆ ਨਾ। ਦੁਨੀ ਚੰਦ ਕਹਿੰਦਾ ਸੀ ਨਾ ਮਹਾਰਾਜ ਤੇ ਰਾਤ ਦਿਨ ਲੜਦੇ ਹੀ ਰਹਿੰਦੇ। ਮਹਾਰਾਜ ਨੇ ਸ਼ਰਾਪ ਦੇ ਦਿੱਤਾ, ਬਚਨ ਕਰਤੇ। ਕਹਿਣ ਲੱਗੇ ਜਿਹੜੀ ਗੱਲ ਤੋਂ ਡਰਦੇ ਮਾਰੇ ਭੱਜੇ ਨਾ ਮਾਝੇ ਦੇ ਸਿੰਘਾਂ ਦੇ ਘਰਾਂ ਵਿੱਚ ਲੜਾਈਆਂ ਹੀ ਪੈਂਦੀਆਂ ਰਹਿਣਗੀਆਂ ਜਿਹੜੇ ਡਰ ਕੇ ਭੱਜੇ ਹਨ। ਰੋਟੀਆਂ ਹਾਥ ਆਏ ਜਬ ਲਰੇ। ਮਹਾਰਾਜ ਫਰਮਾਉਂਦੇ ਇਹਨਾਂ ਦੇ ਹੱਥ ਵਿੱਚ ਰੋਟੀ ਹੀ ਤਾਂ ਆਇਆ ਕਰਨੀ ਜੇ ਲੜਨਗੇ। ਲੜਨ ਤੋਂ ਬਿਨਾ ਮਹਾਰਾਜ ਫਰਮਾਉਂਦੇ ਇਹਨਾਂ ਦੇ ਹੱਥ ਵਿੱਚ ਪ੍ਰਸ਼ਾਦਾ ਨਹੀਂ ਆਇਆ ਕਰਨਾ। ਹੋਰ ਘਰ ਤੇਜਸ ਦੁੱਖ ਕਰ ਗਏ। ਮਹਾਰਾਜ ਫਰਮਾਉਂਦੇ ਗੁਰੂ ਘਰ ਦੇ ਵਿੱਚੋਂ ਜਿਹੜੇ ਦੁੱਖ ਕਰਕੇ ਇਹ ਡਰ ਕੇ ਭੱਜੇ ਹਨ, ਉਹ ਦੁੱਖ ਤਿਨ ਕੇ ਨਿਤ ਘਰ ਪਏ। ਉਹ ਜਿਹੜਾ ਦੁੱਖ ਹੈ ਇਹਨਾਂ ਦੇ ਗਲ ਵਿੱਚ ਨਿਤਾ ਪ੍ਰਤੀ ਪਿਆਰ ਰਵੇਗਾ। ਧਰੇ ਜਿਸ ਕੇ ਸਿਰ ਹਾਥਾ। ਮਹਾਰਾਜ ਫਰਮਾਉਂਦੇ ਜਿਹਦੇ ਸਿੰਘ ਦੇ ਸਿਰ ਉੱਪਰ ਅਸੀਂ ਹੱਥ ਰੱਖ ਦੇਣਾ ਕਰੀਏ ਕਿਰਪਾ ਦ੍ਰਿਸ਼ਟੀ ਦਾ। ਹਾਥੀ ਕਹਾ ਲੜੇ ਜਮ ਸਾਥਾ। ਮਹਾਰਾਜ ਫਰਮਾਉਂਦੇ ਉਹ ਦੁਨੀ ਚੰਦ ਤੇ ਖੋਟੀ ਮਤ ਵਾਲਾ ਸੀ। ਉਹ ਕੀ ਜਾਣਦਾ ਸੀ ਜੇਨ ਕਲਾ ਧਾਰਿਓ ਆਕਾਸ਼ੰ ਬੈ ਸੰਤਰੰ ਕਾਸ਼ਟ ਬੇਸ਼ਟੰ। ਮਹਾਰਾਜ ਵਿੱਚ ਕੀ ਕਲਾ ਹੈ, ਕੀ ਸਮਰੱਥ ਹੈ। ਮਹਾਰਾਜ ਫਰਮਾਉਂਦੇ ਦੁਨੀ ਚੰਦ ਇਹ ਤੇਰੇ ਮਨ ਦਾ ਭਰਮ ਹੀ ਸੀਗਾ। ਅਸੀਂ ਜਿਹਦੇ ਵੀ ਸਿਰ ਦੇ ਉੱਪਰ ਹੱਥ ਰੱਖ ਦੇਵਾਂਗੇ ਹਾਥੀ ਤਾਂ ਕੀ ਉਹਦੇ 'ਚ ਇੰਨੀ ਤਾਕਤ ਆ ਜਾਵੇਗੀ ਕਿ ਉਹ ਧਰਮਰਾਜ ਦੇ ਨਾਲ ਜਮਰਾਜ ਦੇ ਨਾਲ ਵੀ ਮੱਥਾ ਲਾ ਸਕਦਾ ਤੇ ਜਿੱਤ ਸਕਦਾ। ਇੰਨਾ ਅਸੀਂ ਬਲ ਭਰ ਦਿਆਂਗੇ ਜਿਹਦੇ ਵੀ ਸਿੰਘ ਉੱਪਰ ਆਪਣਾ ਹੱਥ ਰੱਖਾਂਗੇ ਮਿਹਰ ਭਰਿਆ। ਹਿਮ ਦੇ ਸ਼ਰਾਪ ਗੁਰੂ ਚੁੱਪ ਰਹੇ। ਇਸ ਤਰੀਕੇ ਦੇ ਬੋਲ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚੁੱਪ ਧਾਰ ਲੈਣਾ ਕੀਤੀ ਹੈ। ਸਭ ਸਿੰਘਨ ਕੀ ਦਿਸ਼ ਕੋ ਲਹੇ। ਫਿਰ ਮਹਾਰਾਜ ਨੇ ਸਾਰੇ ਸਿੰਘਾਂ ਦੇ ਵੱਲ ਨਿਗਾਹ ਭਰ ਕੇ ਤੱਕਣਾ ਕੀਤਾ ਹੈ। ਦੁਨੀ ਚੰਦ ਕੀ ਸੁਣੀ ਹੈ ਕਥਾ। ਉਧਰ ਹੁਣ ਭਾਈ ਦੁਨੀ ਚੰਦ ਦੀ ਕਥਾ ਜਿਹੜੀ ਹੈ ਉਹ ਸੁਣਨਾ ਕਰੋ ਕਿ ਜਦੋਂ ਉਹ ਲੋਹਗੜ੍ਹ ਦੇ ਕਿਲੇ ਦੇ ਵਿੱਚੋਂ ਭੱਜ ਕੇ ਆਪਦੇ ਘਰਾਂ ਵੱਲ ਗਿਆ ਤੇ ਫਿਰ ਅੱਗੇ ਕੀ ਭਾਣਾ ਵਾਪਰਿਆ ਉਹ ਸੁਣਨਾ ਕਰੋ। ਸੰਗ ਬੀਤੀ ਜਾਏ ਕਰ ਜਥਾ। ਜਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਉਹਦੇ ਨਾਲ ਬੀਤੀ ਹੈ, ਕਿਵੇਂ ਉਹਨੂੰ ਫਿਟਕਾਰਾਂ ਪਈਆਂ, ਲਾਹਣਤਾਂ ਪਈਆਂ, ਉਹ ਸੁਣਨਾ ਕਰੋ। ਮੰਚ ਪਾਏ ਸਿਰ ਲਿਓ ਉਠਾਏ। ਕਹਿੰਦੇ ਉਹਦੇ ਨਾਲ ਦੇ ਸਿੰਘਾਂ ਨੇ ਜਦੋਂ ਲੱਤ ਟੁੱਟ ਗਈ ਨਾ ਤੇ ਇੱਕ ਮੰਜੇ ਦੇ ਉੱਪਰ ਇੱਕ ਪਲੰਘੇ ਦੇ ਉੱਪਰ ਪਾ ਲੈਣਾ ਕੀਤਾ ਤੇ ਆਪਦੇ ਮੋਢਿਆਂ ਤੇ ਚੁੱਕ ਲਿਆ ਦੁਨੀ ਚੰਦ ਨੂੰ। ਦੀ ਟਾਂਗ ਹਾਏ ਬਿਲ ਲਾਏ। ਲੱਤ ਟੁੱਟੀ ਆ ਤੇ ਦੁਨੀ ਚੰਦ ਹਾਏ ਹਾਏ ਕਰਦਾ ਹੈ। ਸ੍ਰੀ ਅੰਮ੍ਰਿਤਸਰ ਪਹੁੰਚੇ ਜਾਈ। ਤੇ ਜਿਸ ਵਕਤ ਇਦਾਂ ਦੀ ਹਾਲਤ ਦੁਨੀ ਚੰਦ ਨੂੰ ਲੈ ਕਰਕੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹਨ ਵਰਿਓ ਸਦਨ ਆਪਣੇ ਉਤਰਾਈ। ਤੇ ਆਪਦੇ ਘਰ ਦੇ ਵਿੱਚ ਜਾ ਕੇ ਦੁਨੀ ਚੰਦ ਉਤਰਿਆ। ਮਨ ਮੈਂ ਕਹੈ ਮਿਲਣ ਸਿੱਖ ਆਵੈ। ਮਨ ਦੇ ਵਿੱਚ ਇਹਨੇ ਵਿਚਾਰ ਕੀਤੀ ਦੁਨੀ ਚੰਦ ਨੇ ਵੀ ਮੈਂ ਘਰ ਆਇਆ ਵਾਂ, ਆਲੇ ਦੁਆਲੇ ਦੇ ਸਿੱਖ ਸਾਕ ਸੰਬੰਧੀ ਮੈਨੂੰ ਮਿਲਣ ਵਾਸਤੇ ਆਉਣਗੇ, ਵੀ ਇਹ ਸਤਿਗੁਰਾਂ ਦੇ ਕੋਲੋਂ ਆਇਆ, ਚਲੋ ਜਾ ਕੇ ਪਤਾ ਲਈਏ ਜੰਗ ਵਿੱਚ ਕੀ ਬੀਤਿਆ। ਦੁਨੀ ਚੰਦ ਨੇ ਮਨ ਵਿੱਚ ਵਿਚਾਰਿਆ, ਕਹਿਣ ਲੱਗਾ ਹੁਣ ਸਾਕ ਸੰਬੰਧੀ ਮੇਰਾ ਪਤਾ ਲੈਣ ਆਉਣਗੇ ਜਿਉ ਸੁਣ ਕੇ ਮੋਹਿ ਲਜਾਵੈ। ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਤੇ ਮਹਾਰਾਜ ਦਾ ਸਾਥ ਦੇਣ ਦੀ ਬਜਾਏ ਅੱਧ ਵਿਚਾਲੇ ਭੱਜ ਕੇ ਆ ਗਿਆ ਤੇ ਮੈਂ ਕੀ ਜਵਾਬ ਦੇਵਾਂਗਾ। ਮੈਨੂੰ ਤੇ ਸ਼ਰਮ ਆਊਗੀ, ਮੈਨੂੰ ਸ਼ਰਮਿੰਦਾ ਕਰਨਗੇ। ਜਾਂਦੇ ਨਿਜ ਸੰਬੰਧੀਆਂ ਕਹਿਓ। ਇਸ ਕਰਕੇ ਇਸ ਦੁਨੀ ਚੰਦ ਨੇ ਆਪਦੇ ਸੰਬੰਧੀਆਂ ਦੇ ਤਾਈਂ ਇਹ ਬਚਨ ਕਰ ਦਿੱਤੇ। ਚੋਟ ਲੱਗੀ ਮੈਂ ਬਹੁਤ ਦੁੱਖ ਲਹਿਓ। ਆਪਦੇ ਪਰਿਵਾਰ ਵਾਲਿਆਂ ਨੂੰ ਦੁਨੀ ਚੰਦ ਨੇ ਪਤਾ ਕੀ ਆਖਿਆ, ਕਹਿਣ ਲੱਗਾ ਮੇਰੀ ਤੇ ਲਾਤੀ ਟੁੱਟ ਗਈ ਲੜਦਿਆਂ ਲੜਦਿਆਂ, ਬੜੀ ਬਹਾਦਰੀ ਨਾਲ ਮੈਂ ਲੜਿਆ, ਲੱਤ ਟੁੱਟ ਗਈ ਆ
ਤੇ ਉਸ ਲੱਤ ਦੇ ਟੁੱਟਣ ਕਰਕੇ ਹੁਣ ਮੈਨੂੰ ਬੜਾ ਦਰਦ ਹੋ ਰਿਹਾ, ਪੀੜਾ ਉੱਠ ਰਹੀ ਹੈ। ਘਰ ਕੇ ਅੰਤਰ ਮੰਚ ਡਸਾਵੋ। ਇਸ ਕਰਕੇ ਤੁਸੀਂ ਐ ਕਰੋ, ਇੱਕ ਬੰਦ ਕਮਰੇ ਦੇ ਵਿੱਚ ਮੇਰਾ ਮੰਜਾ ਢਾ ਦੇਣਾ ਕਰੋ, ਵਧੀਆ ਚਿੱਟੀ ਚਾਦਰ ਵਿਛਾ ਦੇਣਾ ਕਰੋ ਉਸ ਪਲੰਘੇ ਤੇ, ਟਿਕ ਬਹੁਤ ਨਾ ਆਹੋ ਜਾਹੋ। ਤੇ ਆਪਦੇ ਪਰਿਵਾਰ ਵਾਲਿਆਂ ਨੂੰ ਕਹਿ ਦਿੱਤਾ ਵੀ ਜਿਹੜਾ ਵੀ ਕੋਈ ਆਵੇ ਨਾ ਮੇਰਾ ਪਤਾ ਲੈਣ ਵਾਸਤੇ, ਤੇ ਬਹੁਤਿਆਂ ਨੂੰ ਮੇਰੇ ਲਾਗੇ ਨਾ ਆਉਣ ਦਿਓ, ਸ਼ਰਮ ਦਾ ਮਾਰਾ ਕੀ ਜਵਾਬ ਦੇਵਾਂਗਾ ਮੈਂ, ਇਹ ਤੇ ਦੱਸਿਆ ਨਾ। ਕਹਿਣ ਲੱਗਾ ਲੱਤ ਟੁੱਟ ਗਈ, ਲੜਦਿਆਂ ਲੜਦਿਆਂ ਬੜੀ ਬਹਾਦਰੀ ਨਾਲ ਲੜਿਆ, ਤੇ ਕਿਸੇ ਵੀ ਸਾਕ ਸੰਬੰਧੀ ਨੂੰ ਮੇਰੇ ਕੋਲ ਨਾ ਆਉਣ ਦਿਆ ਜੇ, ਨਾ ਭਾਵੈ ਮਿਲਣੋ ਮੋਹੀ। ਕਿਉਂਕਿ ਹਕੀਮ ਨੇ ਆਖਿਆ ਵੀ ਬਹੁਤੀ ਭੀੜ ਨਾ ਹੋਵੇ ਜਿੱਥੇ ਤੂੰ ਹੋਵੇਂ। ਇਸ ਕਰਕੇ ਮੈਨੂੰ ਬਹੁਤੀ ਭੀੜ ਚੰਗੀ ਨਹੀਂ ਲੱਗਦੀ, ਬਹੁਤਿਆਂ ਨਾਲ ਮਿਲਣਾ, ਗੱਲਾਂ ਬਾਤਾਂ ਕਰਨੀਆਂ। ਅਜੇ ਹਾਲਤ ਮੇਰੀ ਠੀਕ ਨਹੀਂ ਹੈ, ਬੜੀ ਬਹਾਦਰੀ ਕਰਕੇ ਆਇਆ ਨਾ ਘਰ 'ਚ। ਕਹਿਣ ਲੱਗਾ ਬਹੁਤਿਆਂ ਨੂੰ ਲਾਗੇ ਨਾ ਆਉਣ ਦਿਓ ਮੇਰੇ, ਮੈਨੂੰ ਇਕਾਂਤ ਜਗ੍ਹਾ ਵਿੱਚ ਰਹਿਣ ਦਿਓ। ਅੰਤਰ ਰਹਿਓ ਦੂਸ਼ਣੀ ਹੋਹੀ। ਤਾਂ ਇਸ ਤਰੀਕੇ ਦੇ ਨਾਲ ਦੁਨੀ ਚੰਦ ਨੇ ਆਪਦੇ ਘਰਦਿਆਂ ਨੂੰ ਕਹਿ ਦਿੱਤਾ ਤੇ ਚੁੱਪ ਕਰਕੇ ਅੰਦਰ ਪਿਆ ਰਹਿੰਦਾ ਘਰ ਦੇ ਵਿੱਚ। ਸੁਨ ਕੈ ਤਿਸ ਪੋਤਰੇ ਦੋਏ। ਜਦੋਂ ਇਸ ਤਰੀਕੇ ਦੇ ਨਾਲ ਦੁਨੀ ਚੰਦ ਦੇ ਪੋਤਰਿਆਂ ਨੇ ਸੁਣਿਆ ਨਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜ਼ਰੂਰ ਕੋਈ ਕਾਰਨਾਮਾ ਕਰਕੇ ਆਇਆ ਉੱਥੋਂ। ਅੰਦਰ ਜਾਏ ਪਵਾਇਓ ਸੋਏ। ਤਾਂ ਇਹਨਾਂ ਨੇ ਦੁਨੀ ਚੰਦ ਦੇ ਪੋਤਰਿਆਂ ਨੇ, ਇਹ ਅੱਗੇ ਵਾਰਤਾ ਆਵੇਗੀ ਇਹਨਾਂ ਦੇ ਪੋਤਰਿਆਂ ਦੀ, ਕਿਉਂਕਿ ਜਿਹੜਾ ਦੁਨੀ ਚੰਦ ਨੇ ਕਲੰਕ ਲਾਇਆ ਨਾ ਭਾਈ ਸ਼ਾਲੋ ਜੀ ਦੀ ਕੁੱਲ ਨੂੰ, ਇਹ ਦੁਨੀ ਚੰਦ ਦੇ ਪੋਤਰਿਆਂ ਨੇ ਧੋਤਾ ਸੀ। ਫਿਰ ਉਹਨਾਂ ਦਾ ਨਾਮ ਸਰੂਪ ਸਿੰਘ ਅਤੇ ਭਾਈ ਅਨੂਪ ਸਿੰਘ ਸੀ। ਇਹ ਫਿਰ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਗਏ ਸਨ, ਤੇ ਮੇਰੇ ਖਿਆਲ ਨਦੌਣ ਦੇ ਯੁੱਧ ਵਿੱਚ ਇਹਨਾਂ ਨੇ ਫਿਰ ਆਪਦੇ ਦਾਦੇ ਦਾ ਕਲੰਕ ਜਿਹੜਾ ਸੀ ਧੋਣਾ ਕੀਤਾ ਸੀ ਸ਼ਹਾਦਤਾਂ ਪੀ ਕਰਕੇ। ਤਾਂ ਇਦਾਂ ਦੋਨਾਂ ਹੀ ਪੋਤਰਿਆਂ ਨੇ ਆਪਦੇ ਦਾਦੇ ਨੂੰ ਅੰਦਰ ਲੰਮਾ ਪਾ ਦੇਣਾ ਕੀਤਾ। ਸੁਨ ਸੁਨ ਸਭ ਕੇ ਬਹੁ ਅਪਵਾਦਾ। ਤਾਂ ਸੁਣ ਸੁਣ ਕੇ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਅਪਵਾਦਾ, ਬਖੇੜਾ ਹੋਣ ਲੱਗਾ, ਝਗੜਾ ਹੋਣ ਲੱਗਿਆ। ਸਾਰਿਆਂ ਨੂੰ ਪਤਾ ਲੱਗ ਗਿਆ, ਭਾਵੇਂ ਦੁਨੀ ਚੰਦ ਨੇ ਨਹੀਂ ਸੀ ਨਾ ਦੱਸਿਆ, ਸਾਰੇ ਸਾਕ ਸੰਬੰਧੀਆਂ ਨੂੰ ਪਤਾ ਲੱਗ ਗਿਆ ਵੀ ਇਹ ਭੱਜ ਕੇ ਆਇਆ ਉੱਥੋਂ। ਇਹਨੇ ਇਹਨਾਂ ਦੀਆਂ ਪੁਸ਼ਤਨ ਪੀੜ੍ਹੀਆਂ ਤੱਕ ਗੁਰੂ ਘਰ ਤੋਂ ਲੈ ਲੈ ਕੇ ਖਾਂਦੀਆਂ ਰਹੀਆਂ ਨੇ, ਤੇ ਅੱਜ ਬੇਮੁਖ ਹੋ ਕਰਕੇ ਆ ਗਿਆ ਉੱਥੋਂ। ਇਹ ਬੁੱਢਾ ਹੋ ਗਿਆ ਵਾ, ਪੋਤਰਿਆਂ ਵਾਲਾ ਹੋ ਗਿਆ, ਤੇ ਅਜੇ ਮੌਤ ਤੋਂ ਡਰਦਾ ਕੀ ਹੋ ਚੱਲਿਆ ਸੀ ਜੇ ਹਾਥੀ ਦਾ ਮੁਕਾਬਲਾ ਕਰ ਲੈਂਦਾ। ਬੁੱਢੇ ਵਾਰੇ ਇਹਨੂੰ ਆਪਦੀ ਜਾਨ ਬਚਾਉਣ ਦੀ ਪਈ ਐ। ਲੋਕ ਕਹਿੰਦੇ ਆ, ਸਾਕ ਸੰਬੰਧੀ ਕਹਿੰਦੇ ਨੇ, ਤੇ ਭਾਈ ਸ਼ਾਲੋ ਜੀ ਦੇ ਨਾਮ ਨੂੰ ਕਲੰਕ ਲਾ ਕੇ ਰੱਖ ਦਿੱਤਾ। ਜੇ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਰਹਿੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਬੜੇ ਸੁੱਖ ਪ੍ਰਾਪਤ ਹੋਣੇ ਸਨ। ਇਹਨੇ ਤੇ ਆਪਦਾ ਜੀਵਨ ਬਚਾਉਣਾ ਚਾਹਿਆ ਵੀ ਮੈਂ 4 ਦਿਨ ਹੋਰ ਜਿਉਂਦਾ ਰਹਿ ਲਵਾਂ, ਪਰੰਤੂ ਹੁਣ ਇਹ ਸਤਿਗੁਰਾਂ ਤੋਂ ਬੇਗਾਨਾ ਹੋ ਚੁੱਕਿਆ ਹੈ। ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੇ ਸਿੱਖ ਦੁਨੀ ਚੰਦ ਦਾ ਆਉਣਾ ਸੁਣ ਕੇ ਇਹਦਾ ਪਤਾ ਲੈਣ ਵਾਸਤੇ, ਮਹਾਰਾਜ ਦੀ ਖਬਰਸਾਰ ਲੈਣ ਵਾਸਤੇ ਆਉਂਦੇ ਹਨ ਘਰ ਵਿੱਚ। ਦੁਨੀ ਚੰਦ ਆਪਦਾ ਮੂੰਹ ਹੀ ਨਹੀਂ ਵਿਖਾਉਂਦਾ ਘਰ ਦੇ ਵਿੱਚੋਂ ਬਾਹਰ ਨਿਕਲ ਕੇ। ਤਾਂ ਜਿਹੜੀ ਲੱਤ ਟੁੱਟੀ ਹੈ ਨਾ, ਉਹ ਲੱਤ ਟੁੱਟਣ ਦਾ ਬਹਾਨਾ ਕਰਕੇ ਅੰਦਰ ਬੈਠਾ ਰਹਿੰਦਾ, ਝੂਰਦਾ ਰਹਿੰਦਾ ਹੈ। ਇਸ ਤਰ੍ਹਾਂ ਮੰਜੇ ਉੱਪਰ ਪਿਆ ਹੈ ਤੇ ਬੜੀ ਚਿੰਤਾ ਲੱਗੀ ਹੈ ਇਸ ਦੁਨੀ ਚੰਦ ਨੂੰ। ਜਿਹੜੇ ਹੋਰ ਇਸ ਦੁਨੀ ਚੰਦ ਨਾਲ ਲੋਹਗੜ੍ਹ ਦੇ ਕਿਲੇ ਵਿੱਚੋਂ ਭੱਜ ਕੇ ਆਏ ਸਨ ਸਤਿਗੁਰਾਂ ਤੋਂ ਬੇਮੁਖ ਹੋ ਕਰਕੇ, ਸਾਰਿਆਂ ਨੂੰ ਉਹਨਾਂ ਦੇ ਨਗਰ ਵਾਸੀਆਂ ਨੇ ਬੜੀਆਂ ਤਰਕਾਰਾਂ ਪਾਈਆਂ। ਘਰ ਵਾਲਿਆਂ ਨੇ ਘਰ ਨਾ ਵਾੜਿਆਂ, ਫਿਟਕਾਰਾਂ ਪਾਈਆਂ, ਤੁਸੀਂ ਗੁਰੂ ਦੇ ਨਹੀਂ ਹੋਏ ਤੇ ਸਾਡੇ ਕਿੱਥੋਂ ਬਣ ਜਾਓਗੇ। ਇੱਦਾਂ ਬੜੀਆਂ ਲਾਹਣਤਾਂ ਤੇ ਫਿਟਕਾਰਾਂ ਪਾਈਆਂ। ਤੇ ਕੁਝ ਕੋ ਸਿੰਘ ਤੇ ਪਛਤਾਤਾਪ ਕਰਦੇ ਆ, ਕਾਹਨੂੰ ਦੁਨੀ ਚੰਦ ਦੀਆਂ ਗੱਲਾਂ 'ਚ ਆ ਗਏ, ਕਿਉਂ ਅਸੀਂ ਸਤਿਗੁਰਾਂ ਤੋਂ ਬੇਮੁਖ ਹੋ ਗਏ। ਇੱਦਾਂ ਕਈਆਂ ਦੇ ਮਨ ਵਿੱਚ ਪਛਤਾਤਾਪ ਵੀ ਹੈ, ਪਰੰਤੂ ਉਹ ਸੰਗਤਾਂ ਦੇ ਵਿੱਚ ਆਪਦਾ ਮੂੰਹ ਨਹੀਂ ਵਿਖਾਉਂਦੇ। ਕਿਹੜਾ ਮੂੰਹ ਲੈ ਕੇ ਜਾਈਏ, ਸਾਡੇ ਤੋਂ ਬੜਾ ਖੋਟਾ ਕਾਰਜ ਹੋ ਗਿਆ ਦੁਨੀ ਚੰਦ ਦੇ ਪਿੱਛੇ ਲੱਗ ਕੇ।
ਅਸੀਂ ਤਾਂ ਮਹਾਰਾਜ ਦੀ ਸਿੱਖੀ ਕਮਾਉਣੀ ਸੀਗੀ, ਪਰ ਸਾਡੀ ਤੇ ਸਿੱਖੀ ਜਿਹੜੀ ਆ ਉਹ ਸਾਰੀ ਖਤਮ ਹੋ ਗਈ ਆ ਦੁਨੀ ਚੰਦ ਦੇ ਪਿੱਛੇ ਲੱਗਣ ਕਰਕੇ। ਸਭ ਦਿਨ ਬੀਤ ਗਇਓ ਦੁਖ ਪਾਵਤ। ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਦਿਨ ਬਤੀਤ ਹੋ ਗਏ ਹਨ, ਦੁੱਖ ਪ੍ਰਾਪਤ ਕਰਦੇ ਐ। ਮੈਂ ਪਰਿਓ ਨਾ ਬਦਨ ਦਿਖਾਵਤ। ਦੁਨੀ ਚੰਦ ਆਪਦੇ ਕਮਰੇ ਵਿੱਚ ਪਿਆ ਰਹਿੰਦਾ, ਮੂੰਹ ਨਹੀਂ ਵਿਖਾਉਂਦਾ ਕਿਸੇ ਨੂੰ। ਭਈ ਜਾਮਨੀ ਜਬ ਹੂੰ ਆਏ। ਤਾਂ ਕਹਿੰਦੇ ਜਿਸ ਵਕਤ ਬਹੁਤੇ ਦਿਨ ਨਹੀਂ ਬਤੀਤ ਹੋਏ, ਜਿਸ ਦਿਨ ਘਰੇ ਪਹੁੰਚਿਆ ਨਾ ਉਸੇ ਹੀ ਰਾਤ ਨੂੰ ਕਹਿੰਦੇ ਜਦੋਂ ਰਾਤ ਦਾ ਸਮਾਂ ਹੋ ਆਇਆ, ਉਠਿਓ ਤਜਨ ਮਲ ਕੋ ਦਿਸ ਥਾਈ। ਤਾਂ ਕਹਿੰਦੇ ਰਾਤ ਬਤੀਤ ਹੋਈ, ਜਦੋਂ ਸਵੇਰਾ ਹੋਇਆ ਨਾ ਉਧਰੋਂ ਤਾਂ ਸਿੰਘ ਲੋਹਗੜ੍ਹ ਦੇ ਕਿਲੇ ਵਿੱਚ ਤਿਆਰੀਆਂ ਕਰਨ ਲੱਗ ਪਏ ਹਾਥੀ ਦਾ ਮੁਕਾਬਲਾ ਕਰਨ ਵਾਸਤੇ। ਇੱਧਰ ਸਵੇਰ ਹੋਈ ਆ, ਲੱਤ ਟੁੱਟੀ ਹੈ, ਤੇ ਦੁਨੀ ਚੰਦ ਨੇ ਕਹਿੰਦੇ ਮਲ ਕਿਰਿਆ ਕਰਨ ਵਾਸਤੇ ਨਾ ਮੰਜੇ ਤੋਂ ਆਪਦਾ ਪੈਰ ਜਿਸ ਵਕਤ ਥੱਲੇ ਲਾਉਣਾ ਕੀਤਾ, ਜਦੋਂ ਇਹਨੇ ਮੰਜੇ ਤੋਂ ਆਪਦਾ ਪੈਰ ਥੱਲੇ ਉਤਾਰਨਾ ਕੀਤਾ ਤੇ ਥੱਲੇ ਹੀ ਕਹਿੰਦੇ ਇਹਦੀ ਮੌਤ ਖਲੋਤੀ ਹੋਈ ਸੀ। ਇੱਕ ਬੜਾ ਤਕੜਾ ਪੰਨਗ ਸੱਪ ਭਿਆਨਕ ਥੱਲੇ ਖਲੋਤਾ ਇਹਦੀ ਉਡੀਕ ਕਰਦਾ ਪਿਆ ਸੀ ਵੀ ਤੂੰ ਪੈਰ ਭੁੰਜੇ ਲਾ ਤੇ ਸਹੀ ਬੇਮੁਖਾ, ਤੇਰਾ ਅੰਤ ਕਰਾਂ। ਤਾਂ ਕਹਿੰਦੇ ਏਦਾਂ ਉਡੀਕ ਕਰਦਾ ਪਿਆ ਸੀ ਇੱਕ ਸੱਪ। ਜਦੋਂ ਹੀ ਦੁਨੀ ਚੰਦ ਨੇ ਆਪਦਾ ਪੈਰ ਭੁੰਜੇ ਲਾਉਣਾ ਕੀਤਾ ਤਾਂ ਇਹਦਾ ਪੈਰ ਮਾੜੀ ਕਿਸਮਤ ਨੂੰ ਸੱਪ ਦੀ ਪੂਛ ਉੱਪਰ ਆ ਗਿਆ, ਤੇ ਜਦੋਂ ਸੱਪ ਦੀ ਪੂਛ ਦੱਬੀ ਤੇ ਅੱਗੋਂ ਸੱਪ ਨੇ ਆਪਦਾ ਫਨ ਖਿਲਾਰ ਲੈਣਾ ਕੀਤਾ, ਉਹਨੇ ਫੁੰਕਾਰਾ ਮਾਰਿਆ ਸੱਪ ਨੇ। ਤਾਂ ਉਸ ਵਕਤ ਕੋਪਿਓ ਗੁੱਸੇ ਵਿੱਚ ਆ ਕੇ ਸੱਪ ਨੇ ਦੁਨੀ ਚੰਦ ਨੂੰ ਡਸ ਲੈਣਾ ਕੀਤਾ, ਡੰਗ ਮਾਰ ਦਿੱਤਾ ਹੈ। ਜਿਸ ਵਕਤ ਸੱਪ ਨੇ ਡੰਗ ਮਾਰਿਆ ਤੇ ਇਹ ਦੁਸ਼ਟ ਬੇਮੁਖ ਦੁਨੀ ਚੰਦ ਉੱਚੀ ਉੱਚੀ ਹਾਏ ਹਾਏ ਕਰਦਾ ਹੈ। ਸਾਰੇ ਸੰਬੰਧੀਆਂ ਨੇ ਵੇਖਣਾ ਕੀਤਾ, ਜਦੋਂ ਸੱਪ ਨੇ ਡਸਿਆ ਤੇ ਹਾਏ ਹਾਏ ਕਰਦਾ ਹੈ। ਸਾਰੇ ਪਾਸੇ ਉਪਚਾਰ ਕਰਨ ਵਾਸਤੇ ਵੀ ਕੀ ਪਤਾ ਬਾਚੀ ਜਾਵਾਂ, ਬੜੇ ਉਪਚਾਰ ਕੀਤੇ ਆ, ਜਿੱਧਰ ਕਿੱਧਰ ਭੱਜਦੇ ਆ। ਕੀ ਹੋ ਸਕਦਾ ਸੀ ਉਸ ਸਮੇਂ ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਵੈਦ ਕਹਿਣ ਕੀ ਉਪਾਵ ਕਹਾਂ ਲਓ ਭਾਖਈ। ਕਹਿੰਦੇ ਬੜੇ ਯਤਨ ਕੀਤੇ ਪਰ ਛੇਤੀ ਨਾਲ ਸੱਪ ਲੜਨ ਕਰਕੇ ਮੌਤ ਹੋ ਗਈ ਇਹਦੀ। ਜਦੋਂ ਸਵੇਰ ਹੋਈ ਹੈ ਤਾਂ ਕਹਿੰਦੇ ਸਵੇਰ ਹੁੰਦਿਆਂ ਸਾਰੇ ਦਾ ਦਾਹ ਕਰਤਾ। ਅਜੇ ਉਧਰ ਹਾਥੀ ਦਾ ਮੁਕਾਬਲਾ ਤੇ ਹੋਣਾ ਸੀ, ਤੇ ਦੁਨੀ ਚੰਦ ਜਿਹੜੇ ਹਾਥੀ ਤੋਂ ਡਰਦਾ ਮਾਰਾ ਭੱਜ ਕੇ ਆਇਆ ਸੀ, ਅਜੇ ਉਧਰ ਤੇ ਪਤਾ ਨਹੀਂ ਬਾਚੀ ਜਾਂਦਾ, ਵਡਿਆਈਆਂ ਪ੍ਰਾਪਤ ਹੋਣੀਆਂ ਸੀ, ਤੇ ਇੱਧਰ ਪਹਿਲਾਂ ਹੀ ਇਹਦਾ ਦਾਹ ਸੰਸਕਾਰ ਵੀ ਕਰ ਦਿੱਤਾ ਗਿਆ। ਇਸ ਤਰੀਕੇ ਨਾਲ ਗੁਰੂ ਤੋਂ ਬੇਮੁਖ ਵੀ ਹੋ ਗਿਆ ਤੇ ਜਾਨ ਵੀ ਨਾ ਬਚਾ ਸਕਿਆ ਗੁਰੂ ਤੋਂ ਭੱਜ ਕੇ। ਬਹੁਤ ਜ਼ਿਆਦਾ ਅਧੋਗਤ ਨੀਚ ਗਤੀ ਨੂੰ ਪ੍ਰਾਪਤ ਹੋਇਆ, ਨਰਕਾਂ ਨੂੰ ਗਿਆ। ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਵੇਖਿਆ ਸਾਰਿਆਂ ਤਰਕਾਰਾਂ ਪਾਈਆਂ, ਲਾਹਣਤਾਂ ਪਾਈਆਂ। ਲੋਕ ਸਿੱਖ ਕਹਿੰਦੇ ਆ ਜੇ ਉੱਥੇ ਰਹਿੰਦਾ ਮਹਾਰਾਜ ਦੀ ਸ਼ਰਨ ਵਿੱਚ ਨਾਲੇ ਤੇ ਬਚ ਜਾਂਦਾ, ਨਾਲੇ ਤੂੰ ਹਾਥੀ ਨਾਲ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕਰ ਲੈਣੀ ਸੀ। ਸਾਰੇ ਸਿੱਖ ਧਰਮ ਦੇ ਵਿੱਚ ਤੇਰਾ ਨਾਂ ਉੱਚਾ ਹੋ ਜਾਣਾ ਸੀ, ਬੜਾ ਜਸ ਪ੍ਰਾਪਤ ਹੋਣਾ ਸੀ ਵੀ ਦੁਨੀ ਚੰਦ ਨੇ ਹਾਥੀ ਦਾ ਮੁਕਾਬਲਾ ਕੀਤਾ ਹੈ। ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਗੁਰੂ ਤੋਂ ਬੇਮੁਖ ਆ ਕੇ ਆਪਦੀ ਜਾਨ ਬਚਾਵੇ, ਇੱਥੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ, ਉਹ ਬਹੁਤੇ ਦਿਨ ਬਚ ਨਹੀਂ ਸਕਦਾ। ਇਸ ਤਰ੍ਹਾਂ ਇਹ ਬਹੁਤਾ ਮੰਦੀ ਮੱਤ ਵਾਲਾ ਨਰਕਾਂ ਵਿੱਚ ਪਿਆ ਦੁਨੀ ਚੰਦ। ਇੱਧਰੋਂ ਇਹ ਆਪ ਤਾਂ ਮਰ ਗਿਆ ਦੁਨੀ ਚੰਦ, ਪਰ ਜਿਹੜੇ ਇਹਦੇ ਦੋਨੋਂ ਪੋਤਰੇ ਸੀ ਨਾ, ਉਹਨਾਂ ਕੋਲ ਸਿੱਖ ਆਉਂਦੇ ਆ ਤੇ ਬੜੀਆਂ ਲਾਹਣਤਾਂ ਪਾਉਂਦੇ। ਆਪ ਤਾਂ ਮਰ ਗਿਆ ਪਰ ਨਿੰਦਿਆ ਸੁਣਨ ਵਾਸਤੇ ਦੋਨੋਂ ਪੋਤਰੇ ਤੇ ਸਾਕ ਸੰਬੰਧੀ ਹਨ। ਇਹਨਾਂ ਦੇ ਪੋਤਰਿਆਂ ਤੋਂ, ਪਰਿਵਾਰ ਵਾਲਿਆਂ ਤੋਂ ਨਿਤ ਨਿਤ ਦਾ ਇਹ ਝਗੜਾ, ਲੋਕਾਂ ਦੇ ਤਾਣੇ ਮੇਣੇ ਇਹ ਸੁਣੇ ਨਹੀਂ ਜਾਂਦੇ। ਇਸ ਦੁਨੀ ਚੰਦ ਦੇ ਇੱਕ ਪੋਤਰੇ ਦਾ ਨਾਮ ਹੈ ਭਾਈ ਸਰੂਪ ਸਿੰਘ।
ਦਲੇਰਾ ਤੇ ਦੂਜੇ ਦਾ ਨਾਮ ਸੀ ਭਾਈ ਅਨੂਪ ਸਿੰਘ। ਘਟ ਕਸ ਕੈ ਗੁਰ ਦਿਸ਼ ਚੱਲ ਪਰੇ। ਇਹ ਫਿਰ ਆਪਦੇ ਦਾਦੇ ਦਾ ਕਲੰਕ ਧੋਣ ਵਾਸਤੇ ਨਾ ਇਹਨਾਂ ਕਮਰ ਕਸੇ ਕਰ ਲੈ ਵੀ ਕਿੰਨਾ ਕੁ ਚਿਰ ਲੋਕਾਂ ਦੇ ਤਾਣੇ ਮਿਹਣੇ ਸੁਣਾਂਗੇ, ਇੱਥੇ ਵੀ ਤਾਂ ਰੋਜ਼ ਮਰਦੇ ਆ। ਇਹਨਾਂ ਨੇ ਤਿਆਰ ਹੋ ਕੇ ਆਨੰਦਪੁਰ ਸਾਹਿਬ ਦਾ ਰਸਤਾ ਪਕੜ ਲੈਣਾ ਕੀਤਾ। ਦੋਸ਼ ਪਿਤਾਮਾ ਕੋ ਵੱਡ ਧਰੇ। ਤੇ ਜਿਹੜਾ ਇਹਨਾਂ ਦੇ ਪਿਤਾਮਾ ਨੇ, ਦਾਦੇ ਨੇ, ਦੁਨੀ ਚੰਦ ਨੇ ਬੜਾ ਤਕੜਾ ਦੋਸ਼ ਕਲੰਕ ਭਾਈ ਸਾਲੋ ਜੀ ਦੀ ਕੁੱਲ ਨੂੰ ਲਾਉਣਾ ਕੀਤਾ ਹੈ, ਉਹਨੂੰ ਧੋਣ ਵਾਸਤੇ ਚੱਲ ਪਏ ਹਨ। ਜੋ ਮਜੈਲ ਸ਼ਰਧਾ ਧਰ ਮਿਲੇ। ਜਿਹੜੇ ਵੀ ਮਾਝੇ ਦੇ ਸਿੰਘ ਸ਼ਰਧਾ ਧਾਰ ਕੇ ਮਿਲੇ, ਦੇ ਕਰ ਸੰਗ ਆਨੰਦਪੁਰ ਚੱਲੇ। ਉਹਨਾਂ ਨੂੰ ਵੀ ਇਹਨਾਂ ਨੇ ਆਪਦੇ ਨਾਲ ਲਿਆ ਤੇ ਆਨੰਦਪੁਰ ਦੇ ਰਸਤੇ ਨੂੰ ਤੁਰ ਪਏ ਆ ਭਾਈ ਸਰੂਪ ਸਿੰਘ ਅਤੇ ਭਾਈ ਅਨੂਪ ਸਿੰਘ ਜੀ। ਦੁਨੀ ਚੰਦ ਕੀ ਇਮ ਭੀ ਕਥਾ। ਇਸ ਤਰੀਕੇ ਦੇ ਨਾਲ ਭਾਈ ਇਹ ਦੁਨੀ ਚੰਦ ਦੀ ਕਥਾ ਹੈ। ਇੱਦਾਂ ਇਸ ਦੁਨੀ ਚੰਦ ਦਾ ਅੰਤ ਹੋਇਆ। ਕਿੱਥੇ ਇਹਨੂੰ ਬਖਸ਼ਿਸ਼ਾਂ ਪ੍ਰਾਪਤ ਹੋਣੀਆਂ ਸਨ, ਸਾਰੇ ਸਿੱਖ ਪੰਥ ਨੇ ਇਹਦਾ ਜਸ ਗਾਉਣਾ ਸੀ, ਪਰ ਕਿੱਧਰੋਂ ਜੀਵਨ ਦੀ ਇੱਛਾ ਧਾਰ ਕੇ ਗੁਰੂ ਤੋਂ ਬੇਮੁਖ ਵੀ ਹੋ ਗਿਆ ਤੇ ਆਪਦੀ ਜਾਨ ਵੀ ਨਾ ਬਚਾ ਸਕਿਆ। ਤੇ ਇੱਦਾਂ ਲੋਕਾਂ ਦੀਆਂ ਫਟਕਾਰਾਂ ਲਾਹਣਤਾਂ ਉਹ ਆਡੇ ਨੂੰ ਸੁਣਨ ਵਾਸਤੇ ਪ੍ਰਾਪਤ ਹੋਈਆਂ। ਇੱਦਾਂ ਭਾਈ ਇਹ ਬੇਮੁਖ ਹੋਣ ਦੀ ਕਥਾ ਹੈ। ਇੱਦਾਂ ਦੁਨੀ ਚੰਦ ਗੁਰੂ ਤੋਂ ਬੇਮੁਖ ਹੋਇਆ ਹੈ। ਕਲਗੀਧਰ ਕੀ ਸੁਣੀਐ ਜਥਾ। ਉਧਰੋਂ ਹੁਣ ਕਲਗੀਧਰ ਪਾਤਸ਼ਾਹ ਦੀ ਕਥਾ ਸੁਣਨਾ ਕਰੋ। ਮਹਾਰਾਜ ਹੁਣ ਕਿਹੜੇ ਸਿੰਘ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਉਸ ਕੇਸਰੀ ਚੰਦ ਦੇ ਹਾਥੀ ਨਾਲ ਮੁਕਾਬਲਾ ਕਰਾਉਣਗੇ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਦੁਨੀ ਚੰਦ ਕੀ ਇਮ ਭੀ ਕਥਾ। ਕਲਗੀਧਰ ਕੀ ਸੁਣੀਐ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।